ਮੈਨੂੰ ਉਮੀਦ ਹੈ ਕਿ ਜਿਹੜੇ ਤੁਹਾਡੇ ਅੱਜ ਸਵਾਲ ਹੋਣਗੇ ਉਹਦਾ ਤੁਹਾਨੂੰ ਜਵਾਬ ਮਿਲੇਗਾ ਤੇ ਕਈ ਜਿਹੜੇ ਵਹਿਮ ਭਰਮ ਹੈ ਉਹ ਦੂਰ ਹੋਣਗੇ ਤੇ ਇਲਾਜ ਬਾਰੇ ਵੀ ਤੁਹਾਨੂੰ ਪਤਾ ਲੱਗੇਗਾ ਕਿ ਬਾਂਝਪਨ ਦੀ ਸਮੱਸਿਆ ਕਿਉਂ ਹੋ ਰਹੀ ਹੈ, ਅਸੀਂ ਕਿਵੇਂ ਉਹਦੇ ਤੋਂ ਨਿਜਾਤ ਪਾ ਸਕਦੇ ਹਾਂ ਤੇ ਕੀ ਸਾਡੇ ਮਨ 'ਚ ਵਹਿਮ ਹੈ ਉਹ ਸਾਰੇ ਦੂਰ ਹੋਣਗੇ। जी डॉक्टर सुमिता सोवा जी, सब तो पहले तो मैं ही जानना चाहूँगी जो दर्शक ने साडे नाल जुड़े हुए ने कई ਇਹੋ ਜਿਹੇ कपल ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਕਚੁਅਲ ਵਿੱਚ ਬਾਂਝਪਨ ਦੀ ਸਮੱਸਿਆ ਕੀ ਹੈ, ਕਿਉਂਕਿ ਇਹ ਪਤਾ ਲੱਗਦੇ ਹੀ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਤੇ ਮੈਂ ਇਹੀ ਚਾਹੂੰਗੀ ਕਿ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹੀ ਜ਼ਰੂਰ ਸਮਝਾਓ ਕਿ ਐਕਚੁਅਲ ਵਿੱਚ ਬਾਂਝਪਨ ਦੀ ਸਮੱਸਿਆ ਹੈ ਕੀ। देखो जब भी एक ਵਿਆਹੇ ਹੋਏ ਜੋੜੇ ਨੂੰ ਲਗਭਗ 1 ਸਾਲ ਹੋ ਗਿਆ ਹੈ ਤੇ ਉਹ ਬੱਚੇ ਵਾਸਤੇ ਟਰਾਈ ਕਰ ਰਹੇ ਆ, ਸੰਤਾਨ ਸੁਖ ਦੀ ਪ੍ਰਾਪਤੀ ਵਾਸਤੇ ਟਰਾਈ ਕਰ ਰਹੇ ਆ ਤੇ ਉਹਨਾਂ ਨੂੰ ਬੱਚਾ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਇੱਕ ਸਹੀ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਪਰ ਕਈ ਕੇਸਿਸ ਇਹੋ ਜਿਹੇ ਵੀ ਹੈ ਜਿਵੇਂ ਕਿ ਜਿਨ੍ਹਾਂ ਦੀ ਵਧੇਰੀ ਉਮਰ ਵਿੱਚ ਸ਼ਾਦੀ ਹੋਈ ਹੈ ਜਾਂ ਪਹਿਲੇ ਹੀ ਲੇਡੀ ਵਿੱਚ ਜਿਹੜੀ ਔਰਤ ਹੈ ਉਹਦੇ ਵਿੱਚ ਮਾਹਵਾਰੀ ਦੀ ਸਮੱਸਿਆ ਹੈ ਜਾਂ ਆਦਮੀ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਪਹਿਲਾਂ ਹੀ ਸਲਾਹ ਲੈ ਲੈਣੀ ਚਾਹੀਦੀ ਹੈ, ਉਹਨਾਂ ਨੂੰ ਸਾਲ ਵੇਟ ਕਰਨ ਦੀ ਵੀ ਲੋੜ ਨਹੀਂ ਹੈ। ਜੀ ਵੈਸੇ ਬਾਂਝਪਨ ਜਿੱਥੇ ਨਾਮ ਆਉਂਦਾ ਨਾ ਤਾਂ ਬੜੀ ਜਲਦੀ ਇਸ ਦੇ ਲਈ ਨਾ ਲੇਡੀਜ਼ ਨੂੰ ਟਾਰਗੇਟ ਕਰ ਲਿਆ ਜਾਂਦਾ, ਤਾਂ ਮੈਂ ਇੱਥੇ ਵੀ ਜਾਣਨਾ ਚਾਹਾਂਗੀ ਕਿ ਬਾਂਝਪਨ ਦੇ ਪ੍ਰਮੁੱਖ ਮਤਲਬ ਕੀ ਲੱਛਣ ਹੁੰਦੇ, ਕੀ ਸਿੰਪਟਮਸ ਹੁੰਦੇ ਆ ਕਿ ਲੇਡੀਜ਼ ਵਿੱਚ ਹੈ ਜਾਂ ਜੈਂਟਸ ਵਿੱਚ ਹੈ, ਕਿੱਥੋਂ ਪਤਾ ਚੱਲਦਾ, ਕਿਵੇਂ ਪਤਾ ਚੱਲਦਾ? ਦੇਖੋ ਜਿਹੜੀ ਬਾਂਝਪਨ ਦੀ ਸਮੱਸਿਆ ਹੈ ਉਹ ਆਦਮੀਆਂ ਵਿੱਚ ਵੀ ਹੋ ਸਕਦੀ ਹੈ, ਔਰਤ ਵਿੱਚ ਵੀ ਹੋ ਸਕਦੀ ਹੈ। ਹੁਣ ਤਾਂ ਸਟੈਟਿਸਟਿਕਸ ਕਹਿੰਦੀਆਂ ਕਿ ਲਗਭਗ ਮਤਲਬ ਕਿ 40% ਜਿਹੜੇ ਕਾਰਨ ਹੈ ਉਹ ਆਦਮੀਆਂ ਵਿੱਚ ਹੈ, 40% ਜਿਹੜੇ ਕਾਰਨ ਹੈ ਔਰਤਾਂ ਵਿੱਚ ਹੈ, 10% ਔਰਤ ਆਦਮੀ ਵਿੱਚ ਵੀ ਹੋ ਸਕਦਾ ਹੈ ਤੇ 10% ਇਹੋ ਜਿਹੇ ਕਾਰਨ ਹੈ ਜੋ ਨਹੀਂ ਲੱਭੇ ਜਾਂਦੇ, ਜਿਨ੍ਹਾਂ ਨੂੰ ਅਨਨੋਨ ਕਾਜ਼ਸ ਕਹਿੰਦੇ ਆ ਜਾਂ ਇਨਫਰਟਿਲਿਟੀ ਕੀ ਉਹ ਨਹੀਂ ਪਤਾ ਲੱਗਦਾ। ਠੀਕ ਹੈ ਜੀ, ਪਰ ਦੇਖਿਆ ਗਿਆ ਕਿ ਆਦਮੀਆਂ ਵਿੱਚ ਵੀ ਮਤਲਬ ਕਿ ਬਰਾਬਰ ਹਿੱਸੇਦਾਰ ਹੈ, ਸਿਰਫ ਕਿ ਇੱਕ ਔਰਤ ਨੂੰ ਹੀ ਨਹੀਂ ਆਪਾਂ ਨੇ ਜ਼ਿੰਮੇਵਾਰ ਸਮਝਣਾ ਕਿ ਇੱਕ ਵਿਆਹੇ ਹੋਏ ਜੋੜੇ ਨੂੰ ਜਦ ਬੱਚਾ ਨਹੀਂ ਹੋ ਰਿਹਾ ਆਪਸੀ ਸੰਭੋਗ ਤੋਂ ਸਿਰਫ ਔਰਤ ਹੀ ਜ਼ਿੰਮੇਵਾਰ ਹੈ। ਆਦਮੀ ਔਰਤ ਦੋਨੋਂ ਬਰਾਬਰ ਦੇ ਰਿਸਪੌਂਸਿਬਲ ਹੈ ਬੱਚਾ ਪੈਦਾ ਕਰਨ ਵਾਸਤੇ ਜੀ। ਤੇ ਔਰਤਾਂ ਵਿੱਚ ਦੇਖਿਆ ਗਿਆ ਕਿ ਜਿਹੜੀ ਸਭ ਤੋਂ ਪ੍ਰਮੁੱਖ ਕਾਰਨ ਹੋ ਸਕਦਾ ਹੈ ਬਾਂਝਪਨ ਦੀ ਸਮੱਸਿਆ, ਮਤਲਬ ਔਰਤਾਂ ਵਿੱਚ ਦੇਖੋ ਇੱਕ ਹੁੰਦੀ ਹੈ ਦੋ ਟਿਊਬਾਂ ਹੁੰਦੀਆਂ, ਬੱਚੇਦਾਨੀ ਹੁੰਦੀ ਹੈ ਤੇ 2 ਅੰਡੇਦਾਨੀਆਂ ਹੁੰਦੀਆਂ। ਜਦ ਵੀ ਇਹਨਾਂ ਦੀ ਕੋਈ ਵੀ ਸਮੱਸਿਆ ਆਏ ਤੇ ਬਾਂਝਪਨ ਦੀ ਪ੍ਰੋਬਲਮ ਆ ਸਕਦੀ ਹੈ। ਜਿਵੇਂ ਕਿ ਇੱਕ ਲੇਡੀ ਨੂੰ ਕੀ ਕਹਿੰਦੇ ਆ ਕਿ ਕੋਈ ਨਲਾਂ ਵਿੱਚ ਦਰਦ ਰਹਿੰਦੀ ਹੋਏ ਜਾਂ ਉਹਨੂੰ ਮਾਹਵਾਰੀ ਦੀ ਗੜਬੜੀ ਹੋ ਗਈ ਹੋਏ, ਕੋਈ ਕੁਝ ਵੀ ਹੋਏ, ਇਹਦਾ ਮਤਲਬ ਕਿ ਕੁਝ ਨਾ ਕੁਝ ਪ੍ਰੋਬਲਮ ਜ਼ਰੂਰ ਆ ਰਹੀ ਹੈ। ਜਿਵੇਂ ਕਿ ਟਿਊਬਾਂ ਸਭ ਤੋਂ ਪਹਿਲਾ ਪ੍ਰਮੁੱਖ ਕਾਰਨ ਹੈ ਟਿਊਬਾਂ ਬੰਦ ਹੋਣਾ। ਠੀਕ ਹੈ, ਇੱਕ ਲੇਡੀ ਦੀ ਟਿਊਬਾਂ ਬੰਦ ਹੈ ਤੇ ਜੋ ਇੱਕ ਟਿਊਬ ਵੀ ਬੰਦ ਹੋਏ ਤਾਂ ਦੂਜੀ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ ਕਿਉਂਕਿ ਇੱਕ ਸਾਰਾ ਕੁਝ ਇੰਟਰਲਿੰਕਡ ਹੈ। ਸੋ ਟਿਊਬਾਂ ਦਾ ਬੰਦ ਹੋਣਾ ਵੀ ਇੱਕ ਪ੍ਰਮੁੱਖ ਕਾਰਨ ਹੈ ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਦਾ। ਹੁਣ ਟਿਊਬਾਂ ਕਈ ਕਾਰਨ ਤੋਂ ਬੰਦ ਹੋ ਸਕਦੀ ਹੈ, ਇਨਫੈਕਸ਼ਨ ਦੇ ਨਾਲ ਬੰਦ ਹੋ ਸਕਦੀ ਹੈ, ਨਲਾਂ ਦੀ ਟੀਬੀ ਵੀ ਹੋ ਸਕਦੀ ਹੈ। ਠੀਕ ਹੈ, ਕਿਉਂਕਿ ਕੋਈ ਲੇਡੀਜ਼ ਹੈ ਜਿਹੜੀ ਔਰਤਾਂ ਹੈ ਉਹ ਕਹਿੰਦੀਆਂ ਕਿ ਸਾਡੇ ਮਤਲਬ ਹਮੇਸ਼ਾ ਨਲਾਂ 'ਚ ਦਰਦ ਰਹਿੰਦੀ ਹੈ, ਇਹਦਾ ਮਤਲਬ ਕਿ ਕੋਈ ਕ੍ਰੋਨਿਕ ਇਨਫੈਕਸ਼ਨ ਹੈ ਜੋ ਕਿ ਅਲਟੀਮੇਟਲੀ ਟਿਊਬਾਂ ਨੂੰ ਇਨਫੈਕਟ ਕਰ ਸਕਦੀ ਹੈ ਤੇ ਟਿਊਬਾਂ ਬਲੌਕ ਵੀ ਹੋ ਸਕਦੀ ਹੈ। ਠੀਕ ਹੈ, ਉਵੇਂ ਜਿਵੇਂ ਕਿ ਅੰਡੇਦਾਨੀ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ, ਕੋਈ ਮਾਹਵਾਰੀ ਦੀ ਗੜਬੜੀ, ਅੰਡਾ ਨਾ ਬਣਨਾ ਜਾਂ ਅੰਡੇਦਾਨੀਆਂ ਫੇਲ ਹੋ ਜਾਂਦੀ ਹੈ ਜਾਂ ਫਿਰ ਕੋਈ ਅੰਡੇਦਾਨੀਆਂ 'ਚ ਰਸੌਲੀਆਂ ਆ ਜਾਂਦੀ ਹੈ। ਠੀਕ ਹੈ, ਤਾਂ ਵੀ ਪ੍ਰੈਗਨੈਂਸੀ ਵਿੱਚ ਜਿਹੜੀ ਹੈ ਪ੍ਰੋਬਲਮ ਆ ਸਕਦੀ ਹੈ। ਤੀਜਾ ਜਿਹੜਾ ਹੈ ਹੁਣ ਬੱਚੇਦਾਨੀ ਦੀ ਸਮੱਸਿਆ ਹੋ ਗਈ ਕਿ ਬੱਚੇਦਾਨੀ ਛੋਟੀ ਹੈ ਜਾਂ ਬੱਚੇਦਾਨੀ ਦੀ ਤਹਿ ਜਿਹੜੀ ਹੈ ਉਹ ਕਮਜ਼ੋਰ ਹੈ ਜਾਂ ਬੱਚੇਦਾਨੀ ਵਿੱਚ ਰਸੌਲੀਆਂ ਹੈ, ਉਹਦੇ ਕਾਰਨ ਵੀ ਜਿਹੜੀ ਹੈ ਬਾਂਝਪਨ ਦੀ ਸਮੱਸਿਆ ਆ ਸਕਦੀ ਹੈ। ਜੀ, ਤਾਂ ਫਿਰ ਜਿਵੇਂ ਸ਼ੁਰੂਆਤੀ ਦੌਰ ਵਿੱਚ ਕਿਸ ਤਰ੍ਹਾਂ ਦੇ ਟੈਸਟ ਹੁੰਦੇ ਨੇ ਜੋ ਵੀ ਕਰਵਾ ਕੇ ਈਜ਼ੀਲੀ ਪਤਾ ਲੱਗ ਸਕਦਾ ਹੈ ਕਿ ਇਹ ਬਾਂਝਪਨ ਦੀ ਸਮੱਸਿਆ ਦੀ ਸ਼ੁਰੂਆਤ ਹੋ ਚੁੱਕੀ ਹੈ? ਦੇਖੋ ਜਦ ਵੀ ਹੈ ਹਮੇਸ਼ਾ ਮੈਂ ਸਲਾਹ ਦਵਾਂਗੀ ਕਿ ਇੱਕ ਵਿਆਹੇ ਹੋਏ ਜੋੜੇ ਨੂੰ ਜ਼ਰੂਰ ਇਕੱਠੇ ਟੈਸਟ ਕਰਾਣੇ ਚਾਹੀਦੇ ਆ, ਹਸਬੈਂਡ ਵਾਈਫ ਦੋਨਾਂ ਦੇ ਟੈਸਟ ਹੋਣੇ ਚਾਹੀਦੇ ਆ। ਪਰ ਜੇ ਹਸਬੈਂਡ ਨਹੀਂ ਅਵੇਲੇਬਲ ਤਾਂ ਪਹਿਲੇ ਵਾਈਫ ਵੀ ਕਰਾ ਸਕਦੀ ਹੈ ਆਪਣੇ ਟੈਸਟ। ਹਸਬੈਂਡ ਦਾ ਤਾਂ ਇੱਕੋ ਹੀ ਮੇਨ ਟੈਸਟ ਹੋਣਾ ਕਿ ਸੀਮਨ ਐਨਾਲਿਸਿਸ ਹੋਣਾ, ਉਹਦੇ ਵਿੱਚ ਹੀ ਵੀਰਜ ਦੀ ਜਾਂਚ ਹੋਣੀ ਹੈ, ਉਹਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਹੈ ਕਿ ਆਦਮੀ ਵਿੱਚ ਪ੍ਰੋਬਲਮ ਹੈ ਕਿ ਨਹੀਂ ਹੈ। ਠੀਕ ਹੈ, ਵਾਈਫ ਦੇ ਕਈ ਟੈਸਟ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਵਾਈਫ ਦੇ ਹੁੰਦਾ ਇੱਕ ਬੇਸਲਾਈਨ ਸਕੈਨ ਹੁੰਦਾ ਹੈ, ਇੰਟਰਨਲ ਸਕੈਨ ਵੀ ਹੋ ਸਕਦਾ ਹੈ ਜਿਹਦੇ ਵਿੱਚ ਆਪਾਂ ਅੰਡੇਦਾਨੀਆਂ ਦੇਖਦੇ ਆ, ਬੱਚੇਦਾਨੀ ਦੇਖੀ ਜਾਂਦੀ ਹੈ, ਬੱਚੇਦਾਨੀ ਦਾ ਸਾਈਜ਼, ਉਹਦੀ ਤਹਿ, ਅੰਡੇਦਾਨੀਆਂ ਦੇਖੀਆਂ ਜਾਂਦੀਆਂ, ਸਾਰਾ ਕੁਝ ਚੈੱਕ ਕੀਤਾ ਜਾ ਸਕਦਾ ਉਹਦੇ ਨਾਲ ਹੀ। ਮਤਲਬ ਇੱਕ ਪ੍ਰੋਪਰ ਬੇਸਲਾਈਨ ਸਕੈਨ ਦੇ ਨਾਲ ਹੀ ਕਾਫੀ ਇਨਫੋਰਮੇਸ਼ਨ ਮਿਲ ਸਕਦੀ ਹੈ।
ਹੈ। ਜੀ। ਦੂਜੇ ਜਿਹੜੇ ਟੈਸਟ ਹੈ ਕਿ ਫਿਰ ਇੱਕ ਲੇਡੀ ਦੇ ਹਾਰਮੋਨਸ ਦੇ ਟੈਸਟ ਹੁੰਦੇ ਆ, ਦੇਖਿਆ ਜਾਂਦਾ ਹੈ ਕੋਈ ਹਾਰਮੋਨਲ ਇੰਬੈਲੈਂਸ ਤਾਂ ਨਹੀਂ ਹੈ, ਕੋਈ ਮਾਹਵਾਰੀ ਦੀ ਗੜਬੜੀ ਹਾਰਮੋਨਸ ਦੇ ਕਾਰਨ ਤਾਂ ਨਹੀਂ ਹੋ ਰਹੀ, ਜਾਂ ਅੰਡਾ ਹਾਰਮੋਨਸ ਦੀ ਪ੍ਰੋਬਲਮ ਦੇ ਨਾਲ ਨਹੀਂ ਹੋ ਰਿਹਾ, ਉਹਦੇ ਵਿੱਚ ਥਾਇਰਾਇਡ ਆ ਜਾਂਦਾ ਹੈ, ਪ੍ਰੋਲੈਕਟਿਨ ਆ ਜਾਂਦਾ ਹੈ, ਹੋਰ ਵੀ ਕਾਫੀ ਟੈਸਟ ਹੁੰਦੇ ਆ। ਜੀ। ਫਿਰ ਜਿਹੜੇ ਟੈਸਟ ਹੁੰਦੇ ਆ ਉਹ ਹੈ ਕਿ ਇੱਕ ਲੇਡੀ ਦੀ ਟਿਊਬਾਂ ਦਾ ਟੈਸਟ ਕੀਤਾ ਜਾ ਸਕਦਾ ਹੈ, ਉਹ 3 ਤਰ੍ਹਾਂ ਦੇਖਿਆ ਜਾਂਦੀ ਹੈ। ਉਹ ਅਸੀਂ ਅਲਟਰਾਸਾਊਂਡ ਦੇ ਜ਼ਰੀਏ ਵੀ ਦੇਖਿਆ ਜਾ ਸਕਦਾ ਹੈ, ਜਿਹਨੂੰ ਸੋਨੋਸਾਲਪਿੰਗੋਗ੍ਰਾਫੀ ਕਹਿੰਦੇ ਆ। ਫਿਰ ਜਾਂ ਫਿਰ ਡਾਈ ਪਾ ਕੇ ਥੱਲੋਂ ਦੇਖਿਆ ਜਾਂਦਾ ਹੈ, ਜਿਹਨੂੰ HSG ਕਹਿੰਦੇ ਆ। ਜਾਂ ਫਿਰ ਤੀਜਾ ਜਿਹੜਾ ਹੈ ਕਿ ਉਹ ਇਨਵੇਸਿਵ ਟੈਸਟ ਹੈ, ਉਹਦੇ ਨਾਲ ਚੀਰਫਾੜ ਹੁੰਦੀ ਹੈ, ਉਹ ਦੂਰਬੀਨ ਪਾ ਕੇ ਪੇਟ ਵਿੱਚ ਦੇਖਿਆ ਜਾਂਦਾ ਹੈ ਕਿ ਲੇਡੀ ਦੀ ਟਿਊਬਾਂ ਖੁੱਲੀਆਂ ਹੈ, ਬੰਦ ਹੈ, ਕਿ ਅੰਦਰ ਜਾਲੇ ਤਾਂ ਨਹੀਂ ਪਏ ਹੋਏ। ਯਾਨੀ ਇਹ ਮੇਜਰ ਟੈਸਟ ਹੈ ਜੋ ਸ਼ੁਰੂਆਤੀ ਬਿਲਕੁਲ ਬਿਲਕੁਲ ਜੀ। ਤੇ ਸਾਡੇ ਨਾਲ ਇੱਕ ਕਾਲਰ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਜਸਪ੍ਰੀਤ ਅਸੀਂ ਰਾਜਪੁਰੇ ਤੋਂ ਬੋਲ ਰਹੇ ਹਾਂ। ਹਾਂਜੀ, ਕੀ ਜਾਣਨਾ ਚਾਹੁੰਦੇ ਹੋ ਤੁਸੀਂ? ਮੈਮ ਮੈਂ ਨਾ ਆਪਣੀ ਕਜ਼ਨ ਬਾਰੇ ਪੁੱਛਣਾ ਸੀਗਾ। ਹਾਂਜੀ ਪੁੱਛੋ। ਉਹਨਾਂ ਦਾ ਪਹਿਲਾਂ 2 ਵਾਰੀ ਮਿਸਕੈਰੇਜ ਹੋ ਚੁੱਕਿਆ ਹੈ। ਕਿਸ ਰੀਜ਼ਨ ਕਰਕੇ? ਮੈਮ ਇਹ ਪਤਾ ਨਹੀਂ ਚੱਲਦਾ ਸੀਗਾ, ਮਤਲਬ ਪਾਣੀ ਪੈਣ ਲੱਗ ਜਾਂਦਾ ਸੀਗਾ ਉਹ ਫਿਰ। ਅੱਛਾ ਜੀ। ਹਾਂਜੀ ਹੁਣ ਨਾ ਮਤਲਬ ਉਹ ਸੋਚਦੇ ਵੀ ਹੁਣ ਪੀਰੀਅਡ ਨਹੀਂ ਆ ਰਹੀ, ਬਟ ਉਹ ਸੋਚਦੇ ਵੀ ਪ੍ਰੈਗਨੈਂਸੀ, ਫਿਰ ਟੈਸਟ ਨਾਲ ਚੈੱਕ ਕੀਤਾ ਉਸ ਤੇ ਨਹੀਂ ਆ ਰਹੀ ਹੈਗੀ। ਜੀ। ਅੱਛਾ, ਉਹਨਾਂ ਨੂੰ ਜਿਹੜਾ ਅਬੋਰਸ਼ਨ ਹੈ ਕਿਹੜੇ ਮਹੀਨੇ ਚ ਹੋਇਆ ਸੀ? ਦੂਜੇ ਮਹੀਨੇ, ਤੀਜੇ ਮਹੀਨੇ, ਚੌਥੇ ਮਹੀਨੇ? ਪਹਿਲੇ 5ਵੇਂ ਮਹੀਨੇ ਚ ਹੋਇਆ ਮੈਮ। ਪਹਿਲਾ ਕਦ ਹੋਇਆ? 5th ਪਹਿਲਾਂ ਹੋਇਆ 5ਵੇਂ ਮਹੀਨੇ, ਮਤਲਬ ਕਿ 5 ਮਹੀਨੇ ਲੰਘ ਗਏ ਪੂਰੇ ਹੋਏ ਫਿਰ ਸੀ। ਰਿਵੋਲੂਸ਼ਨ ਹੋ ਗਿਆ। ਅੱਛਾ, ਫਿਰ ਦੂਜਾ? ਦੂਜਾ 3 ਮਹੀਨੇ ਬਾਅਦ ਹੋਇਆ। 3 ਮਹੀਨੇ ਬਾਅਦ ਹੋਇਆ। ਤੇ ਉਹਨਾਂ ਨੇ ਟੈਸਟ ਵਗੈਰਾ ਕਰਾਏ ਕਿ ਕੁਝ ਪਤਾ ਲੱਗਿਆ ਕਿ ਕਿਉਂ ਹੋ ਰਿਹਾ, ਨਹੀਂ ਹੋਇਆ? ਹਾਂ ਮੈਮ ਟੈਸਟ ਵੈ ਸਭ ਨੋਰਮਲ ਸੀਗੇ। ਅੱਛਾ, ਉਹਨਾਂ ਨੂੰ ਤੁਸੀਂ ਉਹ ਇੱਕ ਟੈਸਟ ਆਂਦਾ ਹੈ ਜਿਹਨੂੰ ਆਪਾਂ ਟਾਰਚ ਟੈਸਟ ਕਹਿੰਦੇ ਆ, ਟੌਕਸੋਪਲਾਜ਼ਮਾ ਰੂਬੈਲਾ ਸਾਈਟੋਮੈਗਾਲੋ ਹਰਪੀ, ਉਹ ਸਾਰਾ ਚੈੱਕ ਕਰਨਾ ਪਏਗਾ ਕਿ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤਾਂ ਨਹੀਂ ਹੈ, ਜਾਂ ਜਿਹੜੇ ਹਾਰਮੋਨਸ ਦੀ ਕਮੀ ਹੈ ਕਿ ਉਹ ਪ੍ਰੈਗਨੈਂਸੀ ਸਪੋਰਟ ਨਹੀਂ ਹੋ ਪਾਉਂਦੀ। ਠੀਕ ਹੈ ਜੀ। ਤੀਜਾ ਜਿਹੜਾ ਅਬੋਰਸ਼ਨਸ ਦਾ ਕਾਰਨ ਹੋਏਗਾ ਕਿ ਬੱਚੇਦਾਨੀ ਦਾ ਜਿਹੜਾ ਮੂੰਹ ਹੈ ਉਹ ਖੁੱਲ ਜਾਂਦਾ ਹੈ ਤੇ ਬੱਚਾ ਬਾਹਰ ਆ ਜਾਂਦਾ ਹੈ। ਸੋ ਇਹ ਸਾਰੇ ਚੈੱਕ ਕਰਨ ਤੋਂ ਬਾਅਦ ਪਤਾ ਲੱਗੇਗਾ। ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਉਹਨਾਂ ਨੂੰ ਮਾਹਵਾਰੀ ਦੀ ਵੀ ਗੜਬੜੀ ਹੋ ਗਈ ਹੈ, ਤੇ ਇਹਦਾ ਮਤਲਬ ਹੈ ਕਿ ਹਾਰਮੋਨਲ ਇੰਬੈਲੈਂਸ ਹੈ ਬੋਡੀ ਦੇ ਅੰਦਰ। ਹੋ ਸਕਦਾ ਹੈ ਕਿ ਉਹ ਹਾਰਮੋਨਲ ਇੰਬੈਲੈਂਸ ਦੇ ਨਾਲ ਪ੍ਰੈਗਨੈਂਸੀ ਸਪੋਰਟ ਨਾ ਹੋਈ ਹੈ। ਜੀ। ਤੇ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਜ਼ਰੂਰ ਆਪਣੀ ਜੋ ਕਜ਼ਨ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਨੇ ਕਾਲ ਕੀਤੀ ਤੇ ਜ਼ਰੂਰ ਉਹਨਾਂ ਨੂੰ ਤੁਹਾਡੀ ਗੱਲਾਂ ਤੋਂ ਹੈਲਪ ਮਿਲੀ ਹੋਣੀ। ਤੇ ਇੱਥੇ ਮੈਂ ਇਹ ਵੀ ਪੁੱਛਣਾ ਚਾਹੂੰਗੀ ਕਿ ਜਿਨ੍ਹਾਂ ਔਰਤਾਂ ਨੂੰ ਮਾਹਵਾਰੀ ਦੀ ਪੀਰੀਅਡਸ ਦੀ ਪ੍ਰੋਬਲਮ ਰਹਿੰਦੀ ਹੈ, ਬਿਲਕੁਲ ਹੀ ਨਹੀਂ ਆਂਦੀ, ਤਾਂ ਕੀ ਉਹ ਲੇਡੀਜ਼ ਵੀ ਮਾਂ ਬਣ ਸਕਦੀਆਂ ਨੇ? ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਵੀ ਔਰਤ ਦੇ ਜਿਹੜੇ ਮਹੀਨਾ ਜੇ ਬੰਦ ਹੋ ਗਿਆ ਤਾਂ ਉਹ ਮਾਂ ਨਹੀਂ ਬਣ ਸਕਦੀ। ਇਹ ਬਿਲਕੁਲ ਗਲਤ ਧਾਰਨਾ ਹੈ ਕਿ ਅੱਜ ਕੱਲ ਤਾਂ ਇੰਨੀ ਕੁ ਨਈ ਟੈਕਨੀਕਸ ਆ ਗਈਆਂ ਕਿ ਜਿਹਦੇ ਪੀਰੀਅਡਸ ਬੰਦ ਹੋ ਗਏ ਹੈ ਜਾਂ ਜਿਹਨੂੰ ਕਦੇ ਮਾਹਵਾਰੀ ਨਹੀਂ ਸ਼ੁਰੂ ਹੋਈ ਪਰ ਅਗਰ ਬੱਚੇਦਾਨੀ ਅੰਦਰ ਹੈ ਤਾਂ ਪ੍ਰੈਗਨੈਂਸੀ ਹੋ ਸਕਦੀ ਹੈ, ਚਾਹੇ ਬੱਚੇਦਾਨੀ ਦਾ ਸਾਈਜ਼ ਜਿੰਨਾ ਮਰਜ਼ੀ ਛੋਟਾ ਵੀ ਹੋਏ। ਠੀਕ ਹੈ, ਚਾਹੇ ਬੱਚੇਦਾਨੀ ਗਰੋ ਹੀ ਨਾ ਹੋਈ ਹੋਏ ਜਾਂ ਅੰਡੇਦਾਨੀਆਂ ਵੀ ਫੇਲ ਹੋ ਗਈਆਂ, ਤਾਂ ਵੀ ਇੱਕ ਲੇਡੀ ਜਿਹੜੀ ਹੈ ਉਹ मतलब मां बन सकती है। जी जरूर। ਤੇ ਸਾਡੇ ਇਸ ਪ੍ਰੋਗਰਾਮ ਹੈਲਥ ਇਜ਼ ਵੈਲਥ ਵਿੱਚ ਇਹਨੇ ਮਾਹਿਰ ਡਾਕਟਰ ਸੁਮਿਤਾ ਸੋਫਾ ਜੀ ਨੂੰ ਬੁਲਾਉਣ ਦਾ ਮਕਸਦ ਇਹੀ ਹੁੰਦਾ ਹੈ, ਅਸੀਂ ਬਾਰ-ਬਾਰ ਇਸ ਟੌਪਿਕ ਤੇ ਗੱਲ ਇਸ ਲਈ ਕਰਦੇ ਹਾਂ ਤਾਂ ਕਿ ਹਲੇ ਵੀ ਜੋ ਲੋਕ ਸ਼ਾਇਦ ਇਹਨਾਂ ਭੁਲੇਖਿਆਂ ਵਿੱਚ ਰਹਿੰਦੇ ਨੇ ਕਿ ਕੁਝ ਗੱਲਾਂ ਦਾ ਪੂਰੀ ਤਰ੍ਹਾਂ ਨਾਲ ਪਤਾ ਨਾ ਹੋਣ ਕਰਕੇ ਸਿਰਫ ਕੁੜੀ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ, ਇਸ ਲਈ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹੀ ਕੋਸ਼ਿਸ਼ ਹੈ, ਇਸੇ ਕਰਕੇ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ ਕਿ ਤੁਸੀਂ ਲਾਈਵ ਡਾਕਟਰ ਸੁਮਿਤਾ ਸੋਫਾ ਜੀ ਜੋ ਕਿ ਮਾਹਿਰ ਨੇ ਬਾਂਝਪਨ ਦੀ ਸਮੱਸਿਆ ਦੀ, ਤਾਂ ਤੁਸੀਂ ਉਹਨਾਂ ਦੀ ਰਾਏ ਲੈ ਸਕੋ। ਅਗਰ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ, ਤਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸ਼ੋ ਚੱਲ ਰਿਹਾ ਹੈ, ਇਸ ਪ੍ਰੋਗਰਾਮ ਦੇ ਵਿੱਚ ਹੁਣੇ ਕਾਲ ਕਰਕੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਸਮੱਸਿਆ ਦੇ ਬਾਰੇ ਵਿੱਚ ਪੁੱਛ ਸਕਦੇ ਹੋ ਕਿ ਅੱਗੋਂ ਉਸਦਾ ਕਿਵੇਂ ਇਲਾਜ ਕੀਤਾ ਜਾ ਸਕਦਾ ਹੈ। ਅੱਗੋਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਜਿਨ੍ਹਾਂ ਔਰਤਾਂ ਦੇ ਅੰਦਰ ਅੰਡੇ ਨਹੀਂ ਬਣਦੇ, ਕਿ ਉਹਨਾਂ ਦੇ ਲਈ ਵੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਰੀਜ਼ਨ ਇਹ ਬਣਦਾ ਕਿ ਕਿਆ ਰੀਜ਼ਨ ਰਹਿੰਦਾ ਹੈ ਕਿ ਕਿਉਂ ਅੰਡੇ ਨਹੀਂ ਬਣਦੇ? ठीक है, जब भी देखो किसी भी औरत दी माहवारी दी गड़बड़ी हुई या माहवारी पहला आ जाती है बहुत या बड़े दिन ऊपर लंघ के आती है या माहवारी सिर्फ दवाइयां दे नाल ही आती है या बंद हो गई है, ਇਹਦਾ मतलब कि ਜਿਹੜੀ शरीर ਵਿੱਚ ਜਿਹੜੀ ਹੈ ਹਾਰਮੋਨਸ ਦੀ ਪ੍ਰੋਬਲਮ ਆ ਗਈ ਹੈ ਤੇ ਹੋ ਸਕਦਾ ਹੈ ਲੇਡੀ ਦੇ ਅੰਡੇ ਨਾ ਬਣਨ ਜਾਂ ਅੰਡੇ ਬਿਲਕੁਲ ਛੋਟੀ ਛੋਟੀ ਰਸੌਲੀਆਂ ਹੁੰਦੀਆਂ ਜਿਹਨੂੰ ਆਪਾਂ ਪੋਲੀਸਿਸਟਿਕ ਓਵਰੀਜ਼ ਕਹਿੰਦੇ ਆ, ਜਿਹਦੇ ਵਿੱਚ ਲੇਡੀ ਨੂੰ ਥਾਇਰਾਇਡ ਵੀ ਹੋ ਸਕਦਾ ਹੈ, weight gain ਹੋ ਜਾਂਦਾ ਹੈ, ਸਰੀਰ ਤੇ ਬਾਲ ਉਗਣੇ ਸ਼ੁਰੂ ਹੋ ਸਕਦੇ ਆ। ਠੀਕ ਹੈ, ਜਾਂ ਬਿਲਕੁਲ
ਲੇਡੀਜ਼ ਪਤਲੀ ਵੀ ਹੁੰਦੀ ਹੈ ਤੇ ਉਹੋ ਜਿਹੇ ਕੇਸਿਸ ਵਿੱਚ ਦਵਾਈਆਂ ਦੇ ਨਾਲ ਅੰਡੇ ਬਣਾਏ ਜਾ ਸਕਦੇ ਆ, ਦਵਾਈ ਦੇ ਨਾਲ ਵੀ ਕਮਜ਼ੋਰ ਬੰਦਾ ਹੈ ਤੇ ਫਿਰ ਟੀਕੇ ਵੀ ਲਾਏ ਜਾ ਸਕਦੇ ਆ। ਜੀ। ਠੀਕ ਹੈ, ਜੇ ਕੋਈ ਅੰਡੇਦਾਨੀ ਹੀ ਫੇਲ ਹੋ ਗਈ ਹੈ, ਮੰਨ ਲਓ ਕਿ ਇੱਕ ਲੇਡੀ ਦੇ ਅੰਡੇ ਬਣਨੇ ਹੀ ਨਹੀਂ, ਉਹਦੇ ਬਣਨ ਦੀ ਕਪੈਸਿਟੀ ਜਿਹੜੀ ਹੈ ਉਹ ਖਤਮ ਹੋ ਗਈ ਹੈ, ਜੀ। ਤਾਂ ਅੰਡਾ ਬਾਹਰੋਂ ਲਿੱਤਾ ਜਾਂਦਾ ਹੈ, ਅੰਡਾ ਬੈਂਕ ਤੋਂ ਲਿੱਤਾ ਜਾਂਦਾ ਹੈ ਤੇ ਜੀ। ਭਰੂਣ ਤਿਆਰ ਇੱਥੇ ਕਰਕੇ ਤੁਹਾਨੂੰ ਮੈਂ ਟੋਕਣਾ lady ਦੇ- ਚਾਹਾਂਗੀ, ਹਾਂਜੀ। ਆਪਾਂ ਇਹ ਗੱਲ ਕੀਤੀ ਕਿ ਅੰਡੇ ਨਹੀਂ ਬਣਦੇ, ਲੇਕਿਨ ਇਸ ਦਾ ਇਲਾਜ ਕੀ ਹੈ, ਇਸ ਟੌਪਿਕ ਤੇ ਆਪਾਂ ਜਾਰੀ ਰਹਾਂਗੇ। ਫਿਲਹਾਲ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਅਸੀਂ ਜੀ ਸੁਨਾਮ ਤੋਂ ਬੋਲਦੇ ਹਾਂ ਜੀ, ਜ਼ਿਲ੍ਹਾ ਸੰਗਰੂਰ ਤੋਂ। ਹਾਂਜੀ, ਕੀ ਸਮੱਸਿਆ ਜੀ, ਦੱਸੋ। ਜੀ ਮੇਰੇ ਨਾ ਮਤਲਬ ਜੀ ਅੰਡੇ ਦਾਨੀਆਂ ਜਿੱਥੇ ਅੰਡੇ ਬਣਦੇ ਆ ਜੀ, ਵਿੱਚ ਮਤਲਬ ਸੌਲੀਆਂ ਜੀ ਬਰੀਕ ਬਰੀਕ। ਅੱਛਾ ਜੀ। ਹਾਂਜੀ, ਮਤਲਬ ਉਹਦੀ ਪ੍ਰੋਬਲਮ ਹੈ ਜੀ ਮੈਨੂੰ, ਮਤਲਬ ਜੀ ਪ੍ਰੈਗਨੈਂਸੀ ਨਹੀਂ ਹੋ ਰਹੀ ਜੀ। ਅੱਛਾ, ਕਿੰਨੇ ਸਾਲ ਹੋ ਗਏ ਤੁਹਾਨੂੰ ਵਿਆਹ ਨੂੰ? ਜੀ ਮੇਰੇ 2 ਬੇਟੀਆਂ ਜੀ, ਪਹਿਲਾਂ 10 ਸਾਲ ਹੋ ਗਏ ਜੀ। ਅੱਛਾ, 10 ਸਾਲ ਹੋ ਗਏ ਤੇ ਤੁਹਾਨੂੰ ਮਾਹਵਾਰੀ ਠੀਕ ਆਂਦੀ ਹੈ ਕਿ ਦਿਨ ਉੱਪਰ ਹੁੰਦੇ ਆ? ਨਹੀਂ ਜੀ, ਠੀਕ ਨਹੀਂ ਆਂਦੀ, ਮਤਲਬ 2-3 ਮਹੀਨੇ ਹੋ ਜਾਂਦੇ ਆ ਜੀ। 2-3 ਮਹੀਨੇ ਹੋ ਜਾਂਦੇ ਆ। ਸੋ ਇਹਨਾਂ ਨੂੰ ਲੱਗਦਾ ਕਿ ਪੋਲੀਸਿਸਟਿਕ ਓਵਰੀਜ਼ ਦੀ ਅੰਡੇਦਾਨੀਆਂ ਵਿੱਚ ਪ੍ਰੋਬਲਮ ਹੈ ਤੇ ਇਹਨਾਂ ਦੇ ਅੰਡੇ ਬਣਨੇ ਔਖੇ ਆ। ਇਹਨਾਂ ਨੂੰ ਅੰਡੇ ਬਣਨ ਵਾਸਤੇ ਦਵਾਈ ਲੈਣੀ ਪਏਗੀ। ਜਦ ਵੀ ਇਹ ਕਿਸੇ ਡਾਕਟਰ ਤੋਂ ਜਾਣਗੇ, ਉਹ ਡਾਕਟਰ ਦਵਾਈ ਦੀ ਡੋਜ਼ ਡਿਸਾਈਡ ਕਰੇਗਾ। ਠੀਕ ਹੈ, ਉਹਦੇ ਨਾਲ ਫਿਰ ਅਗਰ ਦਵਾਈ ਦੇ ਨਾਲ ਵੀ ਛੋਟੇ ਬੰਦੇ ਆ ਤੇ ਹੋ ਸਕਦਾ ਇਹਨਾਂ ਨੂੰ ਟੀਕੇ ਲੱਗਣ, ਜਿਵੇਂ ਮੈਂ ਦੱਸਿਆ, ਫਿਰ ਆਪਸੀ ਸੰਭੋਗ ਕਰਕੇ ਬੱਚਾ ਪੈਦਾ ਕਰ ਸਕਦੇ ਆ। ਜੀ, ਤੇ ਅਸੀਂ ਜਿਵੇਂ ਹੁਣੇ ਗੱਲ ਕਰ ਰਹੇ ਸੀ ਕਿ ਅੰਡੇ ਨਹੀਂ ਬਣਦੇ, ਹੁਣ ਅਸੀਂ ਉਸ ਉੱਪਰ ਗੱਲ ਕਰਨਾ ਚਾਹਾਂਗੇ ਕਿ ਇਸ ਦਾ ਇਲਾਜ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਦੇ ਸਟੈਪਸ ਹੈ ਕਿ ਕਿਵੇਂ ਸਟੈਪ ਬਾਈ ਸਟੈਪ ਇਹ ਅੰਡੇ ਬਣ ਸਕਦੇ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਦੇਖਣਾ ਪਏਗਾ ਕਿ ਸ਼ਾਦੀ ਨੂੰ ਕਿੰਨੇ ਸਾਲ ਹੋ ਗਏ ਹੈ। ਜੇ ਸ਼ਾਦੀ ਹੋ ਨਹੀਂ ਹੋਈ ਹੈ, ਮਤਲਬ ਕਿ ਸਾਲ ਹੀ ਹੋਇਆ ਤੇ ਫਿਰ ਹੋ ਸਕਦਾ ਦਵਾਈ ਦੇ ਨਾਲ ਹੀ ਲੇਡੀ ਦੇ, ਜੇ ਉਮਰ ਛੋਟੀ ਹੈ ਤੇ ਦਵਾਈ ਦੇ ਨਾਲ ਵੀ ਅੰਡੇ ਬਣ ਸਕਦੇ ਆ। ਠੀਕ ਹੈ, ਜਿਵੇਂ ਮੈਂ ਪਹਿਲੇ ਦੱਸਿਆ। ਪਰ ਜੇ ਅੰਡੇਦਾਨੀਆਂ ਹੀ ਫੇਲ ਹੋ ਗਈਆਂ, ਉਹਦੇ ਵਿੱਚ ਕੋਈ ਉਮਰ ਦੀ ਪ੍ਰੋਬਲਮ ਹੀ ਹੋ ਸਕਦਾ ਕਿ ਕਿਸੇ ਲੇਡੀ ਦੀ 30 ਸਾਲਾਂ ਦੀ ਉਮਰ ਵਿੱਚ ਜਾਂ 25 ਸਾਲ ਦੀ ਉਮਰ ਵਿੱਚ ਹੀ ਅੰਡੇਦਾਨੀ ਫੇਲ ਹੋ ਜਾਏ, ਮਤਲਬ ਕਿ ਉਹਦਾ ਜਿਹੜੇ ਹਾਰਮੋਨਸ ਹੈ ਉਹ ਅੰਡਾ ਨਹੀਂ ਬਣਾ ਸਕਦੇ। ਤੇ ਇਹੋ ਜਿਹੇ ਕੇਸਿਸ ਵਿੱਚ ਵੇਟ ਨਹੀਂ ਕਰਨੀ ਚਾਹੀਦੀ ਪੇਸ਼ੈਂਟ ਨੂੰ, ਅੰਡਾ ਬੈਂਕ ਤੋਂ ਅੰਡਾ ਲੈਣਾ ਚਾਹੀਦਾ ਹੈ। ਮਤਲਬ ਕਿ ਜਿਹੜਾ ਅੰਡਾ ਬੈਂਕ ਹੈ ਉੱਥੋਂ ਅੰਡਾ ਲਿੱਤਾ ਜਾਂਦਾ ਹੈ। ਫਿਰ ਅੰਡੇ ਦੇ ਨਾਲ ਸ਼ੁਕਰਾਣੂ ਮਿਲਾ ਕੇ ਭਰੂਣ ਤਿਆਰ ਕੀਤੇ ਜਾਂਦਾ ਹੈ, ਮਤਲਬ ਕਿ ਹਸਬੈਂਡ ਦੇ ਸ਼ੁਕਰਾਣੂ ਲੈ ਕੇ ਭਰੂਣ ਬਣਾ ਕੇ ਫਿਰ ਇੱਕ ਲੇਡੀ ਦੇ ਅੰਦਰ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ, ਜਿਹਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਜੀ, ਤੇ ਇੱਕ ਹੋਰ ਆਪਾਂ ਤੁਸੀਂ ਗੱਲਾਂ ਕਰਦੇ ਹੋਏ ਦੱਸਿਆ ਸੀ ਕਿ ਲੇਡੀਜ਼ ਦੇ ਟਿਊਬਸ ਬੰਦ ਹੋ ਜਾਂਦੀਆਂ ਨੇ, ਉਸ ਦਾ ਕੀ ਰੀਜ਼ਨ ਹੁੰਦਾ ਹੈ ਕਿ ਕਿੰਨਾ ਕਾਰਨਾਂ ਕਰਕੇ ਟਿਊਬਸ ਜੋ ਹੈ ਬੰਦ ਹੋ ਜਾਂਦੀਆਂ? ਜਿਵੇਂ ਕਿ ਦੇਖੋ, ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਲੇਡੀ ਦੀ ਜਦ ਵੀ ਟਿਊਬਾਂ ਬੰਦ ਹੋ ਜਾਣ ਤੇ ਪ੍ਰੈਗਨੈਂਸੀ ਹੋਣੀ ਔਖੀ ਹੋ ਜਾਂਦੀ ਹੈ, ਕਿਉਂਕਿ ਜਿਹੜੇ ਸ਼ੁਕਰਾਣੂ ਤੇ ਅੰਡੇ ਦਾ ਜਿਹੜਾ ਮਿਲਨ ਹੈ ਉਹ ਟਿਊਬ ਵਿੱਚ ਹੀ ਹੋਣਾ ਹੈ। ਤੇ ਅਗਰ ਟਿਊਬ ਕਿਸੇ ਵੀ ਤਰ੍ਹਾਂ ਦੇ ਨਾਲ ਡੈਮੇਜ ਹੋ ਗਈ ਹੈ, ਇਨਫੈਕਸ਼ਨ ਦੇ ਨਾਲ ਹੋ ਗਈ ਹੈ, ਟੀਵੀ ਦੇ ਨਾਲ ਹੋ ਗਈ ਹੈ, ਜਾਂ ਹੋਰ ਬਿਮਾਰੀ ਜਿਹਨੂੰ ਐਂਡੋਮੈਟ੍ਰੀਓਸਿਸ ਕਹਿੰਦੇ ਆ, ਉਹਦੇ ਨਾਲ ਅੰਦਰ ਜਾਲੇ ਬਣ ਗਏ ਆ, ਚਿਪ ਗਈਆਂ ਟਿਊਬਾਂ, ਤੇ ਫਿਰ ਉਹ ਔਖਾ ਹੋਏਗੀ ਪ੍ਰੈਗਨੈਂਸੀ। ਇਹੋ ਜਿਹੇ ਕੇਸਿਸ ਵਿੱਚ 2 ਹੀ ਤਰੀਕੇ ਹੁੰਦੇ ਆ, ਜਾਂ ਤਾਂ ਟਿਊਬ ਖੋਲੀ ਜਾਏ ਜਾਂ ਫਿਰ ਆਪਾਂ ਟੈਸਟ ਟਿਊਬ ਬੇਬੀ ਕਰਕੇ ਭਰੂਣ ਬੱਚੇਦਾਨੀ ਵਿੱਚ ਰੱਖੀਏ। ਮਤਲਬ ਕਿ ਜਿਹੜਾ ਕੰਮ ਅੰਡੇ ਦੇ ਸ਼ੁਕਰਾਣੂ ਦੇ ਮਿਲਣ ਦਾ ਟਿਊਬ ਵਿੱਚ ਹੋਣਾ ਹੈ, ਉਹ ਬਾਹਰ ਮਸ਼ੀਨਰੀ ਵਿੱਚ ਕੀਤਾ ਜਾਏਗਾ, IVF ਲੈਬੋਰੇਟਰੀ ਵਿੱਚ ਕੀਤਾ ਜਾਏਗਾ। ਜੀ ਜੀ ਜੀ। ਪਰ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਕਿ ਟਿਊਬ ਖੁੱਲ ਵੀ ਸਕਦੀ ਹੈ ਕਿ ਨਹੀਂ ਖੁੱਲ ਸਕਦੀ। ਜੇ ਜਿਹੜੀ ਬਲੌਕੇਡ ਹੈ ਬਿਲਕੁਲ ਪ੍ਰੋਕਸੀਮਲ ਹੈ, ਮਤਲਬ ਕਿ ਬੱਚੇਦਾਨੀ ਦੇ ਕੋਲ ਬਲੌਕ ਹੋਇਆ ਹੈ, ਥੋੜੇ ਮਾਈਨਰ ਮਿਊਕਸ ਪਲੱਗਸ ਹੈ, ਇਹੋ ਜਿਹੇ ਕੇਸਿਸ ਵਿੱਚ ਕੋਈ ਚੀਰਫਾੜ ਦੀ ਵੀ ਲੋੜ ਨਹੀਂ ਹੁੰਦੀ ਤੇ ਬਿਨਾਂ ਚੀਰਫਾੜ ਕੀਤੇ ਥੱਲੋਂ ਦੂਰਬੀਨ ਪਾ ਕੇ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਦੇ ਨਾਲ ਵੀ ਟਿਊਬਾਂ ਖੋਲੀਆਂ ਜਾ ਸਕਦੀ ਹੈ। ਫਿਰ ਜਦ ਟਿਊਬਾਂ ਖੁੱਲ ਜਾਂਦੀ ਹੈ ਤੇ ਫਿਰ ਲੇਡੀ ਆਪਸ ਵਿੱਚ ਮਿਲ ਜੁਲ ਕੇ ਹਸਬੈਂਡ ਦੇ ਨਾਲ ਪ੍ਰੈਗਨੈਂਸੀ ਕਰ ਸਕਦੀ ਹੈ। ਪਰ ਜੇ ਕਿ ਟਿਊਬਾਂ ਵਿੱਚ ਪਾਣੀ ਭਰ ਗਿਆ, ਪਸ ਭਰ ਗਈ ਹੈ, ਟਿਊਬਾਂ ਬਿਲਕੁਲ ਡੈਮੇਜ ਹੋ ਗਈ ਹੈ, ਇਹੋ ਜਿਹੀ ਟਿਊਬਾਂ ਖੋਲਣ ਵਿੱਚ ਬਹੁਤ ਔਖਾ ਹੁੰਦਾ ਹੈ, ਉਹ ਨਹੀਂ ਖੁੱਲਦੀਆਂ ਤੇ ਫਿਰ ਟੈਸਟ ਟਿਊਬ ਬੇਬੀ ਦੀ ਲੋੜ ਪੈ ਸਕਦੀ ਹੈ। ਤੇ ਇੱਕ ਗੱਲ ਮੈਂ ਹੋਰ ਦੱਸਣਾ ਚਾਹੂੰਗੀ ਦਰਸ਼ਕਾਂ ਨੂੰ, ਬਹੁਤ ਵਾਰ ਮੈਂ ਦੇਖਿਆ ਪੇਸ਼ੈਂਟਸ ਜਿਹੜੇ ਆਉਂਦੇ ਆ ਉਹ ਕਹਿੰਦੇ ਜੀ ਆਪਾਂ ਦਵਾਈ ਖਾਂਦੇ ਆ, ਟੀਕੇ ਲਗਾਉਂਦੇ ਆ, ਉਹਦੇ ਨਾਲ ਟਿਊਬਾਂ ਖੁੱਲ ਜਾਣਗੀਆਂ। ਜੇ ਟਿਊਬ ਇੱਕ ਵਾਰ ਬੰਦ ਹੋ ਗਈ ਤੇ ਉਹ ਜਿੰਨੀ ਮਰਜ਼ੀ ਤੁਸੀਂ ਦਵਾਈ ਖਾ ਲਓ, ਉਹ ਟਿਊਬ ਨਹੀਂ ਖੁੱਲੇਗੀ। ਠੀਕ ਹੈ, ਨਾ ਟਿਊਬ ਨੇ ਦਵਾਈਆਂ ਦੇ ਨਾਲ ਖੁੱਲਣਾ ਹੈ, ਨਾ ਟਿਊਬ ਨੇ ਟੀਕਿਆਂ ਨਾਲ ਖੁੱਲਣਾ ਹੈ। ਠੀਕ ਹੈ, ਇੱਕੋ ਹੀ ਰਾਹ ਟਿਊਬ ਖੋਲਣ ਦਾ। ਠੀਕ ਹੈ, ਉਹ ਦੂਰਬੀਨ ਪਾ ਕੇ ਹੈ ਤੇ ਦੂਜਾ ਫਿਰ ਟੈਸਟ ਟਿਊਬ ਬੇਬੀ ਕਰਕੇ ਹੈ। ਹੋਰ ਮਤਲਬ ਕਿ ਗਲਤ ਚੱਕਰਾਂ ਚ ਨਹੀਂ ਪੈਣਾ ਚਾਹੀਦਾ ਪੇਸ਼ੈਂਟ ਨੂੰ। ਪੇਸ਼ੈਂਟ ਕਿੰਨਾ ਟਾਈਮ 2-2 3-3 ਸਾਲ ਸਿਰਫ ਦਵਾਈ ਖਾ ਕੇ ਲੰਘਾ ਦਿੰਦੇ ਆ, ਤਦ ਤੱਕ ਹੋਰ ਉਮਰ ਹੋ ਜਾਂਦੀ ਹੈ, ਹੋਰ ਪ੍ਰੋਬਲਮਸ ਆ ਜਾਂਦੀ ਹੈ। ਤੇ ਇਸ ਕਰਕੇ
ਬਿਲਕੁਲ ਟਾਈਮ ਸੇ ਜਦ ਪਤਾ ਲੱਗ ਗਿਆ ਕਿ ਟਿਊਬਾਂ ਬੰਦ ਹੈ ਉਹਦਾ ਇਲਾਜ ਜ਼ਰੂਰ ਕਰਾ ਲੈਣਾ ਚਾਹੀਦਾ ਹੈ, ਮਤਲਬ ਜੀ। ਕਿ ਵੇਟ ਨਹੀਂ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਸਹੀ ਕਿਹਾ ਡਾਕਟਰ ਸੁਮਿਤਾ ਸੋਫਾ ਜੀ ਨੇ। ਅਸੀਂ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਸੁਨੇਹਾ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਾਂਝਪਨ ਦੀਆਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਦੀ ਸ਼ੁਰੂਆਤ ਹੋ ਗਈ ਹੈ ਤਾਂ ਆਪਣੇ ਆਪ ਨੂੰ ਬਜਾਏ ਕਿ ਤੁਸੀਂ ਕਈ ਘਰੇਲੂ ਉਪਾਅ ਵੀ ਕਰਨ ਲੱਗ ਜਾਂਦੇ ਨੇ। ਬਿਲਕੁਲ, ਮਤਲਬ ਕਿ ਇਹ ਵਹਿਮਾਂ ਪਰਮਾਂ ਵਿੱਚ ਹਾਂਜੀ। ਪੈ ਕੇ ਦੇਸੀ ਦਵਾਈਆਂ ਲੈ ਕੇ ਹੋਰ ਇਨਫੈਕਸ਼ਨ ਹੋ ਜਾਏਗੀ। ਜੀ। ਮਤਲਬ ਕਿ ਇੱਕ ਵਾਰ ਦੇਖੋ ਕੋਈ ਚੀਜ਼ ਖਰਾਬ ਹੋ ਗਈ ਹੈ, ਤੁਸੀਂ ਉਹਨੂੰ ਵੇਟ ਕਰੀ ਜਾਓਗੇ, ਉਹ ਹੋਰ ਖਰਾਬ ਹੋਏਗੀ ਜੀ, ਤੇ ਜੀ। ਅਲਟੀਮੇਟਲੀ ਜਿਹੜੀ ਬੱਚੇਦਾਨੀ ਦੀ ਤਹਿ ਹੈ, ਜਿੱਥੇ ਬੱਚੇ ਨੇ ਗਰੋ ਕਰਨਾ ਹੈ, ਉਹ ਵੀ ਖਤਮ ਹੋਏਗੀ ਇਨਫੈਕਸ਼ਨ ਦੇ ਨਾਲ। ਬਿਲਕੁਲ ਬਿਲकुल ਸੋ ਹਮੇਸ਼ਾ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਹੀ ਚੱਲਣਾ ਚਾਹੀਦਾ। ਤੇ ਸਾਡੇ ਇੱਕ ਹੋਰ ਕਾਲਰ ਇਸ ਟਾਈਮ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਮੈਮ, ਮੈਂ ਦਿੱਲੀ ਤੋਂ ਬੋਲ ਰਹੀ ਹਾਂ। ਹਾਂਜੀ, ਕੀ ਸਮੱਸਿਆ ਜੀ ਤੁਹਾਡੀ? ਮੈਮ ਪ੍ਰੋਬਲਮ ਹੈ ਕਿ ਮੇਰੀ ਮੈਰਿਜ ਨੂੰ 18th ਮੰਥ ਹੋ ਚੁੱਕੇ ਨੇ। ਓਕੇ। ਸ਼ਾਦੀ ਤੋਂ ਬਾਅਦ ਮੈਂ ਬਹੁਤ ਜਲਦੀ ਕੰਸੀਵ ਕਰ ਲਿਆ ਸੀ, ਬਟ ਵਿਦਿਨ ਵੀਕ ਆਪਰੇਸ਼ਨ ਹੋ ਗਿਆ ਸੀ। ਜੀ। ਉਸ ਤੋਂ ਬਾਅਦ ਮੈਂ ਕਾਫੀ ਟਰਾਈ ਕੀਤਾ, ਬਟ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਆਇਆ। ਫਿਰ ਇੱਕ ਦੋ ਵਾਰ ਡਾਕਟਰ ਨੇ ਮੈਨੂੰ ਓਵੂਲੇਸ਼ਨ ਇੰਡਕਸ਼ਨ ਦੀ ਮੈਡੀਸਿਨਸ ਤੇ ਦਿੱਤੀ। ਜੀ। ਉਹਦੇ ਨਾਲ ਵੀ ਕੋਈ ਖਾਸ ਫਰਕ ਨਹੀਂ ਪਿਆ ਤੇ ਜੀ। ਹੁਣ ਮੈਂ 3-4 ਵਾਰ ਓਵੂਲੇਸ਼ਨ ਇੰਡਕਸ਼ਨ ਲੈ ਚੁੱਕੀ ਹਾਂ। ਮੇਰੇ ਜੋ ਫੋਲੀਕਲਸ ਨੇ ਉਹ ਵੀ ਗਰੋ ਕਰਦੇ ਨੇ, ਲਾਈਕ 20-21 ਤੱਕ ਪਹੁੰਚ ਜਾਂਦੇ ਨੇ, ਜੀ। ਬਟ ਜੋ ਮੇਰੀ ਈਟੀ ਹੈ ਉਹ ਕਾਫੀ ਥਿਨ ਰਹਿੰਦੀ ਹੈ। ਇਟਸ ਲਾਈਕ ਮਤਲਬ ਕਿ ਤੁਹਾਡੀ ਜਿਹੜੀ ਬੱਚੇਦਾਨੀ ਦੀ ਤਹਿ ਹੈ ਉਹ ਠੀਕ ਨਹੀਂ ਉਗਦੀ। ਹਾਂਜੀ, ਉਹ ਇੰਨੀ ਰਹਿੰਦੀ ਹੈ ਜਿੱਦਾਂ 5-6। ਤੇ ਹੁਣ ਰੀਸੈਂਟਲੀ ਡਾਕਟਰ ਨੇ ਮੈਨੂੰ ਕਿਹਾ ਹੈ ਕਿ ਇਟਸ ਬੈਟਰ ਕਿ ਅਗਰ ਤੁਸੀਂ IUI ਕਰਾ ਲਓ ਕਿ ਤੁਹਾਡੇ ਬਾਕੀ ਸਾਰੇ ਟੈਸਟ ਟਿਊਬਸ ਵਗੈਰਾ ਐਵਰੀਥਿੰਗ ਇਜ਼ ਫਾਈਨ, ਕੋਈ ਪ੍ਰੋਬਲਮ ਨਹੀਂ ਹੈਗੀ। ਹਸਬੈਂਡ ਦਾ ਬਟ ਸੀਮਨ ਠੀਕ ਹੈ ਤੁਹਾਡਾ? ਹਾਂਜੀ ਮੈਮ, ਉਹਨਾਂ ਦਾ ਸੀਮਨ ਵੀ ਬਿਲਕੁਲ ਠੀਕ ਹੈ। ਠੀਕ ਹੈ। ਇਹ ਅੱਛਾ, ਇਹਨਾਂ ਦੇ ਕੇਸ ਵਿੱਚ ਜਿਹੜੇ ਆ ਕਹਿ ਰਹੇ ਆ ਕਿ ਲਾਈਨਿੰਗ ਠੀਕ ਨਹੀਂ ਬਣਦੀ, ਥੋੜੀ ਲਾਈਨਿੰਗ ਕਮਜ਼ੋਰ ਹੈ ਤੇ ਲਾਈਨਿੰਗ ਠੀਕ ਕਰਨ ਵਾਸਤੇ ਉਹ ਦਵਾਈ ਵੀ ਦੇ ਸਕਦੇ ਆ। ਤੇ ਤੁਹਾਨੂੰ ਹੋ ਸਕਦਾ ਹੈ ਜਿਹੜੀ ਅੰਡਾ ਬਣਨ ਦੀ ਦਵਾਈ ਹੁੰਦੀ ਹੈ ਉਹਦੇ ਨਾਲ ਵੀ ਕਈ ਵਾਰ ਲਾਈਨਿੰਗ ਜਿਹੜੀ ਹੈ ਕਮਜ਼ੋਰ ਹੋ ਜਾਏਗੀ, ਹੋ ਸਕਦੀ ਹੈ, ਤੇ ਉਹ ਜਿਹੜੀ ਦਵਾਈ ਹੈ ਉਹ ਚੇਂਜ ਕਰਕੇ ਦੇ ਸਕਦੇ ਆ। ਫਿਰ ਤੁਸੀਂ ਦੇਖੋ ਕਿ ਕਿਉਂਕਿ IUI ਵੀ ਜੇ ਤੁਸੀਂ ਕਰਾਓਗੇ ਤਾਂ ਲਾਈਨਿੰਗ ਤਾਂ ਉਹੀਓ ਰਹੇਗੀ ਨਾ, ਬੱਚੇਦਾਨੀ ਚ ਗਰੋ ਕਰਨਾ। ਜਦ ਬੱਚੇਦਾਨੀ ਵੀਕ ਹੈ ਤੇ IUI ਕਰਾ ਕੇ ਵੀ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਏਗਾ, ਕਿਉਂਕਿ ਜਦ ਤੱਕ ਬੱਚੇਦਾਨੀ ਦੀ ਜਿਹੜੀ ਤਹਿ ਉਹ ਠੀਕ ਨਹੀਂ ਹੋਏਗੀ ਜੀ। ਤੇ ਪ੍ਰੈਗਨੈਂਸੀ ਨਹੀਂ ਹੋਏਗੀ, ਨਹੀਂ ਹੋ ਚਾਹੇ ਸਕਦੀ। ਤੁਸੀਂ ਟੈਸਟ ਟਿਊਬ ਬੇਬੀ ਕਰਾਓ ਚਾਹੇ ਤੁਸੀਂ IVF ਕਰਾਓ। ਸੋ ਦਾ ਮੇਨ ਥਿੰਗ ਹੈ ਜੇ ਤਹਿ ਕਮਜ਼ੋਰ ਹੋਏਗੀ ਤਾਂ ਬੱਚਾ ਨਹੀਂ ਗਰੋ ਕਰੇਗਾ। ਜੀ। ਮੈਮ ਕੀ ਸੋਲੂਸ਼ਨ ਹੈ? ਮੇਰੀ ਗਾਇਨੋਕੋਲੋਜਿਸਟ ਨੇ ਮੈਨੂੰ 3 ਵਾਰੀ ਇੰਜੈਕਸ਼ਨ ਦੇ ਚੁੱਕੀ ਹੈਗੀ ਹੈ। ਤੁਸੀਂ ਮਤਲਬ ਕਿ ਉਹ ਦਵਾਈਆਂ ਦੇਣਗੇ ਜਿਹਦੇ ਨਾਲ ਤੁਹਾਡੀ ਜਿਹੜੀ ਤਹਿ ਹੈ ਉਹ ਠੀਕ ਹੋਏ, ਤੇ ਉਹ ਚੈੱਕ ਵੀ ਕਰਨਗੇ ਕਿ ਤਹਿ ਕਮਜ਼ੋਰ ਕਿਉਂ ਹੋ ਰਹੀ ਹੈ। ਹੋ ਸਕਦਾ ਹੈ ਜਦ ਕਈ ਵਾਰ ਨਲਾਂ ਦੀ ਟਿਊਬੀ ਹੋਏ, ਸਬ ਕਲੀਨਿਕਲ ਇਨਫੈਕਸ਼ਨ ਹੋਏ ਤਾਂ ਤਹਿ ਕਈ ਵਾਰ ਕਮਜ਼ੋਰ ਵੀ ਹੋ ਜਾਂਦੀ ਹੈ। ਜੀ। ਜੀ, ਕਈ ਕੇਸਿਸ ਵਿੱਚ ਇਹ ਵੀ ਸੁਣਨ ਨੂੰ ਆਉਂਦਾ ਹੈ ਕਿ ਬੱਚੇਦਾਨੀ ਵਿੱਚ ਰਸੌਲੀਆਂ ਹੋ ਗਈਆਂ, ਹੈ ਨਾ, ਟਿਊਬਸ ਵਿੱਚ ਕੁਝ ਐਵੇਂ, ਮਤਲਬ ਇਹ ਰਸੌਲੀਆਂ ਵੀ ਕਿ ਬੱਚਾ ਨਾ ਪੈਦਾ ਹੋਣ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ, ਮਤਲਬ ਪ੍ਰੋਬਲਮ ਰਹਿੰਦੀ ਨਾ ਨਾਲ ਵੀ। ਦੇਖੋ, ਜਿਹੜੀ ਰਸੌਲੀ ਹੈ ਉਹ ਬੱਚੇਦਾਨੀ ਵਿੱਚ ਵੀ ਹੋ ਸਕਦੀ ਹੈ, ਰਸੌਲੀ ਅੰਡੇਦਾਨੀ ਵਿੱਚ ਵੀ ਹੋ ਸਕਦੀ ਹਾਂਜੀ। ਹੈ। ਜਿਹੜੀ ਬੱਚੇਦਾਨੀ ਦੀ ਰਸੌਲੀ ਹੁੰਦੀ ਹੈ ਉਹਨੂੰ ਫਾਈਬਰੋਇਡਸ ਕਹਿੰਦੇ ਆ। ਜੀ। ਛੋਟੇ ਫਾਈਬਰੋਇਡ ਜਿਹੜੇ ਹੈ 4 ਸੈਂਟੀਮੀਟਰ 5 ਸੈਂਟੀਮੀਟਰ ਤੋਂ ਜਿਹੜੇ ਛੋਟੇ ਹੁੰਦੇ ਉਹ ਜ਼ਿਆਦਾ ਤਕਲੀਫ ਨਹੀਂ ਕਰਦੇ। ਓਕੇ, ਠੀਕ ਹੈ, ਉਹ ਠੀਕ ਹੈ। ਪਏ ਰਹਿੰਦੇ ਆ। ਕਈ ਵਾਰ ਤਾਂ ਨਾਰਮਲ ਪੇਸ਼ੈਂਟ ਨੂੰ ਪਤਾ ਵੀ ਨਹੀਂ ਹੁੰਦਾ, ਉਹ ਪ੍ਰੈਗਨੈਂਟ ਹੋ ਜਾਂਦੇ ਆ ਫਾਈਬਰੋਇਡਸ ਦੇ ਨਾਲ। ਜੀ। ਪਰ ਫਾਈਬਰੋਇਡਸ ਦੀ ਲੋਕੇਸ਼ਨ ਜਿੱਥੇ ਕਿ ਫਾਈਬਰੋਇਡ ਹੈ, ਜੇ ਤੇ ਉਹ ਬੱਚੇਦਾਨੀ ਦੀ ਤਹਿ ਦੇ ਕੋਲ ਹੈ, ਚਾਹੇ ਉਹ ਛੋਟੇ ਸਾਈਜ਼ ਦਾ ਵੀ ਹੋਏ, ਫਿਰ ਉਹ ਤੰਗ ਕਰੇਗਾ ਪ੍ਰੈਗਨੈਂਸੀ ਵਾਸਤੇ। ਜੀ। ਬਟ ਜੇ ਬਹੁਤ ਜ਼ਿਆਦਾ ਫਾਈਬਰੋਇਡਸ ਹੋ ਗਏ ਆ, ਮਲਟੀਪਲ ਫਾਈਬਰੋਇਡਸ ਹੈ, ਉਹਦੇ ਨਾਲ ਪ੍ਰੈਗਨੈਂਸੀ ਹੋਣ ਦੇ ਚਾਂਸਸ ਵੀ ਘਟਦੇ ਆ, ਅਬੋਰਸ਼ਨ ਦੇ ਚਾਂਸਸ ਵੀ ਜ਼ਿਆਦਾ ਹੋ ਜਾਂਦੇ ਆ। ਸੋ ਇਹੋ ਜਿਹੇ ਕੇਸਿਸ ਵਿੱਚ ਰਸੌਲੀ ਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜੀ। ਤੇ ਜੀ। ਅੱਜ ਕੱਲ ਤਾਂ ਰਸੌਲੀ ਜਿਹੜੀ ਹੈ ਉਹ ਕੱਢਣੀ ਬਹੁਤ ਆਸਾਨ ਹੋ ਗਈ ਹੈ, ਸੌਖੀ ਹੋ ਗਈ ਹੈ। ਉਹ ਦੂਰਬੀਨ ਦੇ ਨਾਲ ਵੀ ਕੱਢੀ ਜਾ ਸਕਦੀ ਹੈ। ਇੱਕੋ ਹੀ ਚੀਰਾ ਲੱਗਦਾ ਹੈ, ਇੱਕ ਟਾਂਕਾ ਲੱਗਦਾ ਹੈ, ਉਹਦੇ ਨਾਲ ਰਸੌਲੀ ਜਿਹੜੀ ਹੈ ਅੰਦਰੋਂ ਕੱਢੀ ਜਾ ਸਕਦੀ ਹੈ, ਚਾਹੇ ਉਹ ਜਿੰਨੀ ਮਰਜ਼ੀ ਵੱਡੀ ਹੋਏ। ਤੇ ਫਿਰ ਲੇਡੀ ਪ੍ਰੈਗਨੈਂਸੀ ਵਾਸਤੇ ਟਰਾਈ ਕਰ ਸਕਦੀ ਹੈ। ਸੋ ਰਸੌਲੀਆਂ ਕੱਢਣ ਵਾਸਤੇ ਤੁਹਾਨੂੰ ਬੱਚੇਦਾਨੀ ਕਢਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੀ। 100% ਬੱਚੇਦਾਨੀ ਮਤਲਬ ਕਿ ਬਹੁਤ ਰੇਅਰ ਹੀ ਹੁੰਦਾ ਕਿ ਕਦੇ ਕਿ ਮਤਲਬ ਕਿ ਪੇਸ਼ੈਂਟ ਨੂੰ ਬੱਚੇਦਾਨੀ ਕਢਾਣੀ ਪਏ, ਬਟ ਅਗਰ ਜੇ ਟਾਈਮ ਸਿਰ ਟਾਈਮਲੀ, ਹਾਂ, ਪਤਾ ਲੱਗ ਗਿਆ ਬਿਲਕੁਲ। ਤੇ ਰਸੌਲੀਆਂ ਬੜੇ ਆਰਾਮ ਨਾਲ ਕੱਢੀਆਂ ਜਾ ਸਕਦੀਆਂ। ਅੱਜ ਕੱਲ ਜੀ। ਤਾਂ ਦੂਰਬੀਨ ਦੇ ਨਾਲ ਹੀ ਕੱਢੀ ਜਾ ਸਕਦੀ ਹੈ, ਤਾਂ ਫਿਰ ਲੇਡੀ ਪ੍ਰੈਗਨੈਂਸੀ ਵਾਸਤੇ ਟਰਾਈ ਕਰ ਸਕਦੀ ਜੀ, ਹੈ। ਤੇ ਸਾਡੇ ਇੱਕ ਹੋਰ ਕਾਲਰ ਜੁੜ ਗਏ ਨੇ। ਹੈਲੋ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਪੁੱਛਣਾ ਚਾਹੁੰਦੇ, ਕੀ ਸਮੱਸਿਆ ਹੈ? ਅਸੀਂ ਬੱਚੇ ਬਾਰੇ ਅਸੀਂ ਪੁੱਛਣਾ ਸੀਗਾ। ਹਾਂਜੀ, ਪੁੱਛੋ। ਮੈਡਮ ਬੱਚੇ ਤਾਂ ਸੀਗੇ, ਪਹਿਲਾਂ ਵੀ ਅਸੀਂ ਆਪਰੇਸ਼ਨ ਕਰਵਾਇਆ ਹੋਇਆ ਬੱਚਿਆਂ ਵਾਲਾ। ਅੱਛਾ, ਤੁਸੀਂ ਆਪਰੇਸ਼ਨ ਖੁਲਵਾ ਦਿੱਤਾ ਬੱਚੇ ਵਾਲਾ? ਹਾਂਜੀ। ਅੱਛਾ, ਉਸ ਤੋਂ ਬਾਅਦ?
ਉਸ ਤੋਂ ਬਾਅਦ 2 ਸਾਲ ਹੋ ਗਏ ਤੇ ਬੱਚਾ ਨਹੀਂ ਹੋਇਆਗਾ। ਅੱਛਾ, ਤੁਸੀਂ ਟਿਊਬਾਂ ਚੈੱਕ ਕਰਾਈਆਂ ਕਿ ਜਿਹੜੀ ਤੁਸੀਂ ਟਿਊਬਾਂ ਬੰਦ ਕਰਾਈਆਂ ਸੀ ਉਹ ਖੁੱਲ ਗਈਆਂ ਕਿ ਨਹੀਂ ਖੁੱਲੀਆਂ? ਹਾਂਜੀ, ਕੇਰਾਂ ਤੋਂ ਕਰਵਾਈਆਂ ਸੀਗੀਆਂ ਜੀ, ਉਦੋਂ ਤਾਂ ਨਹੀਂ, ਕਹਿੰਦੇ ਇੱਕ ਤਾਂ ਸੀਗੇ। ਤੁਸੀਂ ਆਪਰੇਸ਼ਨ ਕਰਾ ਕੇ ਖੁਲਾਇਆ ਹੈ ਨਾ ਟਿਊਬਾਂ ਨੂੰ, ਉਸ ਤੋਂ ਬਾਅਦ ਚੈੱਕ ਕਰਾਇਆ ਕਿ ਉਹ ਖੁੱਲੀਆਂ ਹੈ ਕਿ ਬੰਦ ਹੈ? ਨਹੀਂ, ਉਦੋਂ ਬਾਅਦ ਤਾਂ ਨਹੀਂ ਚੈੱਕ ਹਾਂ, ਕਰਵਾਈਆਂ। ਫਿਰ ਤੁਸੀਂ ਉਹ ਚੈੱਕ ਕਰਾਓ, ਦੇਖੋ ਕਿ 2 ਸਾਲ ਹੋ ਗਏ ਕਿ ਹਸਬੰਡ ਦਾ ਵੀਰਜ ਠੀਕ ਹੈ, ਫਿਰ ਬੱਚਾ ਨਹੀਂ ਹੋ ਰਹਾ, ਅੰਡਾ ਬਣ ਰਿਹਾ ਕਿ ਨਹੀਂ ਬਣ ਰਿਹਾ, ਤੇ ਟਿਊਬਾਂ ਵੀ ਚੈੱਕ ਕਰਾਓ, ਦੇਖੋ ਟਿਊਬ ਹੋ ਸਕਦਾ ਖੁੱਲੀ ਨਾ ਹੋਏ, ਹੋ ਸਕਦਾ ਬੰਦ ਹੋ ਗਈ ਹੋਏ ਦੁਬਾਰਾ। ਸੋ ਉਹ ਕਰਾना ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਟਿਊਬ ਖੁੱਲ ਗਈ ਹੈ ਤਾਂ ਤੁਹਾਡੇ ਤਾਂ ਪਹਿਲਾਂ ਵੀ ਬੱਚੇ ਹੋਏ ਹੈ, ਤੁਹਾਡੇ ਹਾਂਜੀ। ਕੇਸ ਵਿੱਚ ਪ੍ਰੈਗਨੈਂਸੀ ਹੋਣੀ ਚਾਹੀਦੀ ਸੀ ਕਿ ਨਹੀਂ ਹੋ ਰਹੀ, ਇਹਦਾ ਮਤਲਬ ਕੁਝ ਨਾ ਕੁਝ ਖਰਾਬ ਹੋ ਰਿਹਾ ਅੰਦਰ। ਜੀ ਹੁਣ ਇੱਥੇ ਮੈਂ ਜਾਣਨਾ ਚਾਹਾਂਗੀ ਟੈਸਟ ਟਿਊਬ ਬੇਬੀ ਬਾਰੇ, ਕਿਉਂਕਿ ਲੋਕਾਂ ਨੂੰ ਨਾ ਕਹਿੰਦੇ ਚਾਹੇ ਸਾਇੰਸ ਜਿੰਨੀ ਵੀ ਤਰੱਕੀ ਕਰੇ, ਲੇਕਿਨ ਜਦ ਤੱਕ ਉਸ ਬਾਰੇ ਸਾਨੂੰ ਪੂਰੀ ਤਰ੍ਹਾਂ ਪਤਾ ਹੀ ਨਹੀਂ ਹੋਏਗਾ, ਅਵੇਅਰਨੈਸ ਹੀ ਨਹੀਂ ਹੋਏਗੀ, ਤਾਂ ਅਸੀਂ ਉਸ ਜੋ ਇੰਨੀ ਤਰੱਕੀ ਕੀਤੀ ਸਾਇੰਸ ਨੇ ਉਸ ਦਾ ਵੀ ਫਾਇਦਾ ਨਹੀਂ ਚੱਕ ਸਕਦੇ। ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਡਿਟੇਲ ਦੇ ਵਿੱਚ ਦੱਸੋ ਕਿ ਐਕਚੁਅਲ ਵਿੱਚ ਟੈਸਟ ਟਿਊਬ ਬੇਬੀ ਕੀ ਹੈ, ਇਹਦੇ ਨਾਲ ਅਸੀਂ ਕਿਵੇਂ ਫਾਇਦਾ ਚੱਕ ਸਕਦੇ ਹਾਂ ਤੇ ਇਹਦੇ ਵਿੱਚ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਬਿਲਕੁਲ, ਦੇਖੋ ਜਿਹੜਾ ਟੈਸਟ ਟਿਊਬ ਬੇਬੀ ਹੈ ਇਹਦੇ ਵਿੱਚ ਲੋਕਾਂ ਨੂੰ ਬਹੁਤ ਲੈ ਕੇ ਨਾ ਬਹੁਤ ਗਲਤ ਧਾਰਨਾ ਹੈ। ਇੱਕ ਤਾਂ ਸਭ ਤੋਂ ਵੱਡੀ ਧਾਰਨਾ ਹੈ ਕਿ ਹਾਏ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਾ ਹੋ ਜਾਏ, ਬਿਲਕੁਲ ਆ ਗਲਤ ਹੈ। ਲੇਡੀ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਤੇ ਪੇਸ਼ੈਂਟ ਆ ਕੇ ਸਭ ਤੋਂ ਪਹਿਲਾਂ ਦੂਜਾ ਸਵਾਲ ਇਹ ਕਰਦਾ ਕਿ ਮੈਨੂੰ ਹੁਣ ਬੈੱਡ ਰੈਸਟ ਤਾਂ ਨਹੀਂ ਕਰਨੀ ਪਏਗੀ, ਮਤਲਬ ਮੈਂ ਉਹਨੂੰ ਲੱਗਦਾ ਕਿ ਟੈਸਟ ਟਿਊਬ ਕਰਾਇਆ ਤਾਂ ਉਹ ਮੰਜੇ ਤੇ ਹੀ ਪੈ ਜਾਏਗੀ, ਉਸ ਤੋਂ ਬਾਅਦ ਉਹ ਉੱਠ ਹੀ ਨਹੀਂ ਸਕੇਗੀ। ਆ ਵੀ ਬਿਲਕੁਲ ਗਲਤ ਧਾਰਨਾ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਦ ਟੈਸਟ ਟਿਊਬ ਬੇਬੀ ਹੋ ਜਾਏ ਉਸ ਤੋਂ ਬਾਅਦ ਤੁਸੀਂ ਬੈੱਡ ਰੈਸਟ ਹੀ ਕਰਨਾ ਹੈ। ਮਤਲਬ ਸਾਰੇ ਵਹਿਮ ਹੈ ਲੋਕਾਂ ਦੇ ਮਨ ਵਿੱਚ ਕਿ ਉਹਨਾਂ ਨੇ ਕਰਾਇਆ। ਤੇ ਤੀਜੀ ਜਿਹੜੀ ਇਹ ਗੱਲ ਹੈ ਕਿ ਹਰ ਚੀਜ਼ ਦੀ ਸਮੱਸਿਆ ਦਾ ਹੱਲ ਟੈਸਟ ਟਿਊਬ ਬੇਬੀ ਨਹੀਂ ਹੁੰਦਾ। ਜਿਵੇਂ ਸ਼ੁਕਰਾਣੂ ਘੱਟ ਹੈ ਜਾਂ ਨਹੀਂ ਹੈ ਤਾਂ ਟੈਸਟ ਟਿਊਬ ਬੇਬੀ ਕਰਾ ਲਓ, ਇਹੋ ਜਿਹਾ ਨਹੀਂ ਹੁੰਦਾ। ਟੈਸਟ ਟਿਊਬ ਬੇਬੀ ਦੀ ਸਪੈਸ਼ਲ ਇੰਡੀਕੇਸ਼ਨਸ ਹੁੰਦੀ ਹੈ, ਜਿਵੇਂ ਕਿ ਟਿਊਬਾਂ ਬੰਦ ਹੋਣਾ ਜਾਂ ਫਿਰ ਬਹੁਤ ਜ਼ਿਆਦਾ ਸਾਲ ਹੋ ਗਏ ਹੋਣ ਸ਼ਾਦੀ ਨੂੰ, ਜਾਂ ਟਿਊਬਾਂ ਠੀਕ ਫੰਕਸ਼ਨ ਨਹੀਂ ਕਰ ਰਹੀਆਂ ਹੋਣ, ਐਂਡੋਮੈਟ੍ਰੀਓਸਿਸ ਹੋਏ ਤਾਂ ਟੈਸਟ ਟਿਊਬ ਬੇਬੀ ਕੀਤਾ ਜਾਂਦਾ ਹੈ। ਇਹਦੇ ਵਿੱਚ ਲੇਡੀ ਨੂੰ ਇੰਜੈਕਸ਼ਨਸ ਲਗਾਏ ਜਾਂਦੇ ਹੈ ਜੀ, ਤੇ ਅੰਡੇ ਬਣਾ ਕੇ ਜਿਹੜੇ ਹੈ ਉਹ ਲੇਡੀ ਨੂੰ ਇੱਕ ਬੇਹੋਸ਼ ਕਰਕੇ ਮਾੜੀ ਜੀ ਛੋਟੀ ਬੇਹੋਸ਼ੀ ਦੇ ਕੇ ਉਹ ਅੰਡੇ ਬਾਹਰ ਕੱਢੇ ਜਾਂਦੇ ਆ, ਤੇ ਫਿਰ ਉਹ ਭਰੂਣ ਤਿਆਰ ਕਰਕੇ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਇਸ ਨੂੰ ਸਾਰੇ ਪ੍ਰੋਸੀਜਰ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ ਜੀ। ਤੇ ਕਈ ਬੇਔਲਾਦ ਜੋੜੇ ਇਹੋ ਜਿਹੇ ਵੀ ਹੁੰਦੇ ਨੇ ਕਿ ਟੈਸਟ ਟਿਊਬ ਬੇਬੀ ਦੇ ਟੈਕਨੀਕ ਦਾ ਵੀ ਫਾਇਦਾ ਉਹਨਾਂ ਨੂੰ ਨਹੀਂ ਮਿਲ ਪਾਉਂਦਾ, ਔਲਾਦ ਦਾ ਸੁੱਖ ਨਹੀਂ ਮਿਲ ਪਾਉਂਦਾ। ਉਸ ਤੋਂ ਉੱਪਰ ਕਿਹੜੀ ਟੈਕਨੀਕ ਹੈ ਜਿਸ ਨਾਲ ਉਹ? ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਹਰ ਚੀਜ਼ ਦਾ ਹੱਲ ਟੈਸਟ ਟਿਊਬ ਬੇਬੀ ਹੈ। ਇਹੋ ਜੀ ਗੱਲ ਨਹੀਂ ਹੈ। ਅੱਜ ਕੱਲ ਤਾਂ ਜਿਹੜੀ ਟੈਸਟ ਟਿਊਬ ਬੇਬੀ ਤੋਂ ਉੱਪਰ ਦੀ ਬਹੁਤ ਐਡਵਾਂਸਮੈਂਟ ਆ ਗਈ ਹੈ, ਜਿਹਦੇ ਨਾਲ ਜਿਹੜਾ ਹੈ ਕਾਮਯਾਬੀ ਦਰ ਕਾਫੀ ਵਧਾਇਆ ਜਾ ਸਕਦਾ ਹੈ। ਜਿਵੇਂ ਆਮ ਸਿੰਪਲ ਪਲੇਨ ਟੈਸਟ ਟਿਊਬ ਬੇਬੀ ਦੇ ਨਾਲ ਜੇ ਕਰਨੇ ਆ ਕਿ 20 ਤੋਂ 25% ਹੈ ਪ੍ਰੈਗਨੈਂਸੀ ਦਾ ਸਕਸੈਸ ਰੇਟ ਆਮ ਟੈਸਟ ਟਿਊਬ ਬੇਬੀ ਦੇ ਨਾਲ, ਪਰ ਨਈ ਟੈਕਨੀਕਸ ਆ ਗਈਆਂ ਜਿਹਦੇ ਨਾਲ ਕਿ 70% 60% ਤੱਕ ਟੈਸਟ ਟਿਊਬ ਬੇਬੀ ਦਾ ਕਾਮਯਾਬੀ ਦਰ ਇਨਕਰੀਜ਼ ਹੋ ਗਿਆ ਹੈ। ਸੋ ਉਹ ਇੱਕ ਸਪੈਸ਼ਲਿਸਟ ਡਾਕਟਰ ਜਿਹੜਾ ਹੈ, ਡਾਕਟਰ ਦਾ ਤਜਰਬਾ ਹੈ, ਉਹ ਡਿਸਾਈਡ ਕਰੇਗਾ ਕਿ ਕਿੰਨਾ ਸਕਸੈਸ ਰੇਟ ਉਹ ਦੇ ਸਕਦਾ ਹੈ। ਸੋ ਜਦ ਵੀ ਇੱਕ ਕਪਲ ਹੈ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਕਿਹੜੇ ਹਸਪਤਾਲੋਂ ਜਾ ਰਿਹਾ ਹੈ, ਕਿੰਨਾ ਐਕਸਪੀਰੀਅੰਸ ਹੈ, ਕਿੰਨੇ ਇਕਵਿਪਮੈਂਟ ਹੈ, ਫਿਰ ਹੀ ਉਹਨੂੰ ਟੈਸਟ ਟਿਊਬ ਬੇਬੀ ਕਰਾਉਣਾ ਚਾਹੀਦਾ ਹੈ, ਕਿਉਂਕਿ ਹੈ ਤਾਂ ਪ੍ਰੋਸੀਜਰ ਇਨਵੇਸਿਵ ਪ੍ਰੋਸੀਜਰ ਹੈ। ਠੀਕ ਹੈ, ਇਹਦੇ ਵਿੱਚ ਕਈ ਆ ਗਿਆ ਜਿਵੇਂ ਕਿ ਬਲਾਸਟੋਸਿਸਟ ਕਲਚਰ ਆ ਗਿਆ, ਜਿਹਦੇ ਵਿੱਚ ਐਮਬ੍ਰੀਓ ਆਪਾਂ ਹੋਰ ਦਿਨ ਕਲਚਰ ਕਰਦੇ ਆ। ਡਾਕਟਰ ਮੈਂ ਤੁਹਾਨੂੰ ਇੱਥੇ ਟੋਕਣਾ ਚਾਹੂੰਗੀ, ਇੱਥੋਂ ਹੀ ਆਪਾਂ ਕੰਟੀਨਿਊ ਰੱਖਾਂਗੇ। ਫਿਲਹਾਲ ਸਾਡੇ ਕਾਲਰ ਜੁੜ ਚੁੱਕੇ ਨੇ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਮ, ਅਸੀਂ ਇੱਥੋਂ ਸਰਲੀ ਤੋਂ ਬੋਲ ਰਹੇ, ਜੰਡਿਆਲੇ। ਹਾਂਜੀ, ਕੀ ਸਮੱਸਿਆ ਕੀ ਹੈ ਜੀ? ਹਾਂਜੀ ਮੈਮ, ਮੇਰੀ ਨਾ ਨਣਦ, ਉਹਨਾਂ ਦੀ ਮੈਰਿਜ ਨੂੰ 6 ਸਾਲ ਹੋ ਗਏ ਆ। ਹਾਂਜੀ, ਤੇ ਉਹਨਾਂ ਦੇ ਹਸਬੈਂਡ ਚ ਸ਼ੁਕਰਾਣੂਆਂ ਦੀ ਪ੍ਰੋਬਲਮ ਹੈਗੀ ਹੈ। ਓਕੇ, ਤੇ ਸ਼ੁਕਰਾਣੂ ਹੈ ਨਹੀਂ ਕਿ ਸ਼ੁਕਰਾਣੂ ਘੱਟ ਹੈ? ਹਾਂਜੀ ਘੱਟ ਆ, ਬਿਲਕੁਲ ਡੈਡ ਆ ਮੈਮ। ਬਿਲਕੁਲ ਡੈਡ ਹੈ। ਸੋ ਅੰਦਰ ਬਣ ਰਹੇ ਹੈ ਸ਼ੁਕਰਾਣੂ? ਹਾਂਜੀ ਨਹੀਂ ਮੈਮ, ਅੰਦਰ ਵੀ ਨਹੀਂ, ਕੁਛ ਵੀ ਨਹੀਂ ਹੈਗਾ। ਮਤਲਬ ਉਹਨਾਂ ਨੇ ਮੈਡੀਸਿਨ ਵੀ ਖਾਧੀ, ਕੋਈ ਫਰਕ ਨਹੀਂ ਪਿਆ ਉਹਨਾਂ ਨੂੰ। ਅੱਛਾ, ਦੇਖੋ ਜਿਹੜੇ ਨੀਲ ਸ਼ੁਕਰਾਣੂ ਹੈ ਉਹ ਖਾਲੀ ਦਵਾਈ ਖਾਣ ਨਾਲ ਨਹੀਂ ਠੀਕ ਹੋਣਗੇ, ਇਹਨਾਂ ਨੂੰ ਹੋਰ ਉੱਪਰ ਦੀ ਜਾਂਚ ਕਰਾਣੀ ਚਾਹੀਦੀ ਹੈ। ਦੇਖਣਾ ਪਏਗਾ ਕਿ ਹਸਬੈਂਡ ਦੇ ਸ਼ੁਕਰਾਣੂ ਅੰਡਕੋਸ਼ਾਂ ਵਿੱਚ ਬਣ ਰਹੇ ਹੈ ਕਿ ਨਹੀਂ ਬਣ ਰਹੇ। ਠੀਕ ਹੈ, ਜੇ ਤੇ ਉਹ ਸ਼ੁਕਰਾਣੂ ਅੰਦਰ ਬਣ ਰਹੇ ਹੈ ਜਾਂ ਥੋੜੇ ਘੱਟ ਮਾਤਰਾ ਚ ਬਣ ਰਹੇ ਹੈ ਤੇ ਅੰਦਰੋਂ ਸ਼ੁਕਰਾਣੂ ਕੱਢ ਕੇ, ਚਾਹੇ ਇੱਕ ਸ਼ੁਕਰਾਣੂ ਵੀ ਮਿਲ ਜਾਏ,
ਹਸਬੈਂਡ ਦੇ ਸ਼ੁਕਰਾਣੂ ਲੈ ਕੇ ਬੱਚਾ ਇਕਸੀ ਵਿਧੀ ਦੇ ਨਾਲ ਕੀਤਾ ਜਾਏਗਾ। ਉਹ ਜੀ। ਆਪਾਂ ਡਿਸਕਸ ਕਰਾਂਗੇ ਹੁਣ ਇਕਸੀ ਕੀ ਹੁੰਦੀ ਹੈ, ਪਰ ਉਸ ਵਿਧੀ ਦੇ ਨਾਲ ਇਕਸੀ ਇਮਸੀ ਵਿਧੀ ਦੇ ਨਾਲ ਬੱਚਾ ਹੋ ਸਕਦਾ ਹੈ। ਠੀਕ ਹੈ, ਜੇ ਮੰਨ ਲਓ ਅੰਦਰ ਹੀ ਨਹੀਂ ਬਣ ਰਹੇ ਤਾਂ ਫਿਰ ਹਾਰਮੋਨਸ ਵਗੈਰਾ ਦਿੱਤੇ ਜਾਣਗੇ ਜਿਹਦੇ ਨਾਲ ਅੰਦਰ ਬਣਨੇ ਸ਼ੁਰੂ ਹੋ ਜਾਣ ਤੇ ਫਿਰ ਸਪਰਮ ਲੈ ਕੇ ਬੱਚਾ ਬਣਾਇਆ ਜਾ ਸਕਦਾ ਹੈ। ਜੀ, ਮਤਲਬ ਇਹੋ ਜਿਹੇ ਕੇਸਿਸ ਵਿੱਚ ਨਾਰਮਲ ਪ੍ਰੈਗਨੈਂਸੀ ਹੋਣੀ ਔਖੀ ਹੈ, ਇਹਨਾਂ ਨੂੰ ਇਲਾਜ ਕਰਾਉਣਾ ਹੀ ਪਏਗਾ ਤੇ ਖਾਲੀ ਦਵਾਈ ਦੇ ਨਾਲ ਸ਼ੁਕਰਾਣੂ ਨਹੀਂ ਬਣਨਗੇ। ਜੀ, ਤੇ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਟਾਈਮ ਰਹਿੰਦੇ ਕਿਸੇ ਮਾਹਿਰ ਡਾਕਟਰ ਕੋਲ ਜਾਓ ਤਾਂ ਕਿ ਤੁਸੀਂ ਆਪਣੀ ਜੋ ਇਸ ਪ੍ਰੋਬਲਮ ਤੋਂ ਨਿਜਾਤ ਪਾ ਸਕੋ ਤੇ ਜ਼ਿਆਦਾ ਦੇਰ ਨਾ ਹੋਵੇ ਤੁਹਾਨੂੰ। ਮੈਨੂੰ ਲੱਗਦਾ ਇੱਕ ਹੋਰ ਕਾਲਰ ਜੋ ਹੈ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਮੋਹਾਲੀ ਜ਼ਿਲ੍ਹੇ ਤੋਂ ਬੋਲਦਾ ਪਿਆ ਜੀ। ਅੱਛਾ ਜੀ, ਕੀ ਸਮੱਸਿਆ ਜੀ ਤੁਹਾਡੀ? ਮੈਂ ਨਾ, ਮੇਰੇ ਵਿਆਹ ਨੂੰ ਵੀ 3 ਸਾਲ ਹੋ ਚੁੱਕੇ ਨੇ ਜੀ। ਮੇਰਾ ਨਾ ਜਦੋਂ ਅਸੀਂ ਇੰਟਰਕੋਰਸ ਕਰਦੇ ਹਾਂ ਉਸ ਤੋਂ ਬਾਅਦ ਸੀਮਨ ਟੋਟਲੀ ਬਾਹਰ ਆ ਜਾਂਦਾ ਹੈ ਜੀ। ਇਹ ਕੀ ਚੱਕਰ ਹੈ? ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਪਾ ਰਹੀ ਮੈਨੂੰ। ਮੈਡਮ ਮੇਰਾ ਨਾ ਸੀਮਨ ਹੁੰਦਾ ਨਾ ਜਿਹੜਾ ਵੀਰਜ, ਹਾਂਜੀ, ਉਹ ਸਾਰਾ ਹੀ ਬਾਹਰ ਆ ਜਾਂਦਾ ਹੈ ਜੀ ਇੰਟਰਕੋਰਸ ਤੋਂ ਬਾਅਦ। ਅੱਛਾ ਜੀ। ਦੇਖੋ ਨਾ ਮੈਂ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੂੰਗੀ ਕਿ ਸੀਮਨ ਜਿਹੜਾ ਵੀਰਜ ਹੈ ਉਹ ਕਹਿੰਦੇ ਬਾਹਰ ਆ ਜਾਂਦਾ, ਉਹ ਤਾਂ ਵੈਸੇ ਵੀ ਨਾਰਮਲੀ ਬਾਹਰ ਆਏਗਾ, ਪਰ ਜਿਹੜੇ ਸ਼ੁਕਰਾਣੂ ਹੁੰਦੇ ਅੰਦਰ, ਜਿਹੜਾ ਬੱਚਾ ਪੈਦਾ ਕਰਨ ਵਾਲੇ ਸ਼ੁਕਰਾਣੂ ਹੁੰਦੇ ਉਹ ਤਾਂ ਕੁਝ ਸੈਕਿੰਡ ਵਿੱਚ ਹੀ ਅੰਦਰ ਟਿਊਬ ਵਿੱਚ, ਬੱਚੇਦਾਨੀ ਵਿੱਚ ਸਵਿਮ ਕਰ ਜਾਂਦੇ ਆ, ਮਤਲਬ ਕਿ ਅੰਦਰ ਚਲੇ ਜਾਂਦੇ ਆ। ਸੋ ਬਹੁਤ ਸਾਰੇ ਪੇਸ਼ੈਂਟਸ ਇਹ ਕਹਿੰਦੇ ਆ ਕਿ ਬਾਹਰ ਆ ਜਾਏ ਤਾਂ ਬੱਚਾ ਨਹੀਂ ਹੁੰਦਾ। ਗਲਤ ਗੱਲ ਹੈ, ਹੋਰ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੋਏਗੀ ਜਿਹਦੇ ਨਾਲ ਪ੍ਰੈਗਨੈਂਸੀ ਨਹੀਂ ਹੋ ਰਹੀ। ਜੀ, ਤੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਬਲਾਸਟੋਸਿਸਟਮ ਬਾਰੇ, ਤੇ ਉਸ ਦੇ ਵਿੱਚ ਮੈਂ ਚਾਹੂੰਗੀ ਕਿ ਮੈਂ ਦੱਸ ਰਹੀ ਸੀ ਕਿ ਅੱਜ ਕੱਲ ਆਪਾਂ ਟੈਸਟ ਟਿਊਬ ਬੇਬੀ ਦਾ ਜਿਹੜਾ ਕਾਮਯਾਬੀ ਦਰ ਕਿਵੇਂ ਵਧਾ ਸਕਦੇ ਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਬਲਾਸਟੋਸਿਸਟ ਕਲਚਰ ਦੀ। ਨਾਰਮਲੀ ਜਿਹੜਾ ਹੈ ਕਿ ਆਪਾਂ ਭਰੂਣ ਐਂਡ ਤੱਕ ਬਣਾਉਂਦੇ ਆ, ਮਤਲਬ ਕਿ ਜਦੋਂ ਭਰੂਣ ਫਟਣ ਵਾਲਾ ਹੁੰਦਾ, ਜਿਵੇਂ ਕਿ ਅਗਰ 8 ਭਰੂਣ ਗਰੋ ਕਰ ਰਹੇ ਆ ਤੇ ਉਹਦੇ ਵਿੱਚ ਸਿਰਫ 3 ਜਾਂ 4 ਹੀ ਬਲਾਸਟੋਸਿਸਟ ਬਣਨਗੇ ਤੇ ਬਾਕੀ ਖਤਮ ਹੋ ਜਾਂਦੇ ਆ। ਸੋ ਆਪਾਂ ਬਲਾਸਟੋਸਿਸਟ ਸਟੇਜ ਤੱਕ ਲਿਜਾ ਕੇ ਉਹ ਭਰੂਣ ਜਿਹੜਾ ਹੈ ਫਿਰ ਸਿਲੈਕਟ ਕਰਕੇ ਬੱਚੇਦਾਨੀ ਦੇ ਅੰਦਰ ਰੱਖਦੇ ਆ ਜੀ। ਠੀਕ ਹੈ, ਦੂਜਾ ਜਿਹੜਾ ਹੈ ਕਿ ਲੇਜ਼ਰ ਹੈਚਿੰਗ ਹੈ, ਕਿ ਇੱਕ ਲੇਡੀ ਦੇ ਬਾਰ-ਬਾਰ ਟੈਸਟ ਟਿਊਬ ਬੇਬੀ ਫੇਲ ਹੋ ਰਿਹਾ ਹੈ, ਮਤਲਬ ਕਿ ਬੱਚੇਦਾਨੀ ਬੱਚਾ ਫੜ ਹੀ ਨਹੀਂ ਰਹੀ, ਤੇ ਲੇਜ਼ਰ ਦੇ ਨਾਲ ਜਿਹੜੀ ਹੈ ਉਹ ਪਰਤ ਜਿਹੜੀ ਹੈ ਉਹ ਪਤਲੀ ਕਰ ਦਿੰਦੇ ਆ, ਜਿਹਦੇ ਨਾਲ ਉਹ ਹੈ ਬੱਚੇਦਾਨੀ ਚ ਬੱਚਾ ਚਿਪਕ ਜਾਂਦਾ ਹੈ ਤੇ ਗਰੋ ਕਰ ਸਕਦਾ ਹੈ, ਮਤਲਬ ਕਿ ਐਮਬ੍ਰੀਓ ਹੋਰ ਅੱਗੇ ਗਰੋ ਕਰ ਸਕਦਾ ਹੈ। ਠੀਕ ਹੈ, ਅੱਜ ਕੱਲ ਹੋਰ ਵੀ ਨਈ ਟੈਕਨੀਕਸ ਆ ਗਈਆਂ ਜਿਵੇਂ ਕਿ ਐਮਬ੍ਰੀਓ ਮੋਨੀਟਰਿੰਗ ਹੁੰਦੀ ਹੈ, ਜਿਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਭਰੂਣ ਜਿਹੜਾ ਕਿਹੜਾ ਭਰੂਣ ਅੱਛਾ ਬਣੇਗਾ, ਉਹ ਗਰੋ ਕਰ ਸਕਦਾ ਹੈ ਤੇ ਵਧੀਆ ਕੁਆਲਿਟੀ ਦਾ ਹੈ, ਤੇ ਉਹਦੇ ਨਾਲ ਉਹ ਸਿਲੈਕਟ ਕਰਕੇ ਬੱਚੇਦਾਨੀ ਚ ਰੱਖਿਆ ਜਾਂਦਾ ਹੈ। ਪਰ ਇਹਦੇ ਵਾਸਤੇ ਜਿਹੜਾ ਹੈ ਕਿ ਜਿਹੜਾ ਲੈਬ ਵਿੱਚ ਤਜਰਬਾ ਹੋਣਾ ਤੇ ਬਹੁਤ ਸਾਰੀ ਇਕਵਿਪਮੈਂਟ ਉਹ ਰਿਕੁਆਇਰਡ ਹੁੰਦੀ ਹੈ, ਉਹਦੇ ਬਗੈਰ ਕੰਮ ਨਹੀਂ ਹੋ ਸਕਦਾ। ਜੀ ਜੀ, ਬਿਲਕੁਲ। ਅਸੀਂ ਬਾਰ-ਬਾਰ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਬਾਂਝਪਨ ਦੀ ਸਮੱਸਿਆ ਆਪਣੇ ਆਪ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਜੇ ਤੁਹਾਨੂੰ ਕਿਤੇ ਲੱਗਦਾ ਹੈ ਕਿ ਇਸ ਸਮੱਸਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਮੌਕਾ ਰਹਿੰਦਿਆਂ ਸਾਨੂੰ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਬਜਾਏ ਕਿ ਅਸੀਂ ਕੁਝ ਇਹੋ ਜਿਹੀ ਥਾਵਾਂ ਤੇ ਚਲੇ ਜਾਈਏ ਜਿੱਥੇ ਅਸੀਂ ਬਲਕਿ ਇਲਾਜ ਵੱਲ ਆਉਣ ਦੀ ਜਗ੍ਹਾ ਸਮੱਸਿਆ ਵਿੱਚ ਹੀ ਘਿਰਦੇ ਜਾਈਏ। ਸੋ ਸਮੱਸਿਆ ਤੋਂ ਨਿਕਲਣ ਦੇ ਲਈ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਰਹਿੰਦੀ ਹੈ। ਤੇ ਇੱਥੇ ਹੁਣ ਮੈਂ ਗੱਲ ਅੱਗੇ ਕਰਨਾ ਚਾਹਾਂਗੀ ਕਿ ਜੋ ਜੈਂਟਸ ਵਿੱਚ ਪ੍ਰੋਬਲਮਸ ਰਹਿੰਦੀਆਂ ਨੇ, ਕੰਟੀਨਿਊ ਰੱਖਾਂਗੇ ਗੱਲਬਾਤ ਨੂੰ। ਫਿਲਹਾਲ ਹੀ ਕਾਲਰ ਹੋ ਜੁੜ ਗਏ ਨੇ। ਹੈਲੋ। हेलो, हाँ जी। जो वीर्य है वो पतला है जी बच्चा पैदा करने वास्ते। आवाज नहीं क्लियर आ पा रही ਤੁਹਾਡੀ। हेलो जी, जो वीर्य है ना, जो पुरुषों में वीर्य होता है वो पतला है जी ज्यादा। जी, अच्छा ऐसे है जी, पतला और गाढ़े का कोई नहीं होता, इसमें इनको एक जो है एक सीमन टेस्ट कराना जरूरी है। बेसिकली इन्हों देखना है कि काउंट कितना है, वो बच्चा पैदा करने दे काबिल है शुक्राणु कि नहीं है। ठीक है, ਇਹਦੇ ਵਿੱਚ गाढ़ा पतला कुछ नहीं ਹੁੰਦਾ, पस ਸੈੱਲ ਦੇਖੇ ਜਾਂਦੇ ਆ। ਇਹ ਸਿਰਫ ਮਨ ਦੇ ਵਹਿਮ ਹੁੰਦੇ ਆ ਕਿ ਗਾੜਾ ਹੋ ਗਿਆ ਸੀਮਨ, ਪਤਲਾ ਹੋ ਗਿਆ। ਉਹ ਸਿਰਫ ਇੱਕ ਟੈਸਟ ਦੇ ਨਾਲ ਮਾਈਕਰੋਸਕੋਪ ਦੇ ਨਜ਼ਰੀਏ ਹੀ ਪਤਾ ਲੱਗੇਗਾ ਕਿ ਉਹ ਸੀਮਨ ਠੀਕ ਹੈ ਕਿ ਨਹੀਂ ਹੈ। ਠੀਕ ਹੈ। ਤੇ ਕਿਸੇ ਜਿਵੇਂ ਜੈਂਟਸ ਵਿੱਚ ਸ਼ੁਕਰਾਣੂ ਘੱਟ ਬਣਦੇ ਆ ਜਾਂ ਨੀਲ ਨਹੀਂ ਹੁੰਦੇ ਤਾਂ ਉਸ ਦਾ ਕੀ ਕਾਰਨ ਕੀ ਰਹਿੰਦਾ ਹੈ? ਦੇਖੋ ਅੱਜ ਕੱਲ ਤਾਂ ਜਿਹੜੀ ਹੈ ਸ਼ੁਕਰਾਣੂਆਂ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਮਤਲਬ ਕਿ ਤੁਸੀਂ ਜਿਹੜੇ ਕਪਲਸ ਦੇਖਦੇ ਹੋ, ਅਰਾਊਂਡ 40% ਕਪਲ ਜੋੜੇ ਆ ਜਿਹੜੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਸ਼ੁਕਰਾਣੂ ਦੀ ਸਮੱਸਿਆ ਹੋ ਗਈ ਹੈ, ਜਾਂ ਘੱਟ ਹੋ ਗਏ ਹੈ, ਜਾਂ ਨਿਲ ਹੋ ਰਹੇ ਹੈ, ਜਾਂ ਵੱਧ ਹੀ ਨਹੀਂ ਰਹੇ ਹੈ। ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਟ੍ਰੈਸ ਸਟ੍ਰੇਨ ਹੈ, ਸ਼ਹਿਰੀ ਲੋਕ ਜਿਹੜੇ ਰਹਿ ਰਹੇ ਹੈ, ਇੰਨਾ ਤਣਾਅ ਭਰੀ ਜ਼ਿੰਦਗੀ ਹੈ, ਸਟ੍ਰੈਸ ਹੈ, ਟੈਨਸ਼ਨ ਹੈ। ਠੀਕ ਹੈ ਨਾ, ਕਈ ਬਿਮਾਰੀਆਂ ਆ ਗਈਆਂ ਹੋਰ। ਠੀਕ ਹੈ, ਜਿਹਦੇ ਨਾਲ ਸ਼ੁਕਰਾਣੂ ਇਫੈਕਟ ਹੋ ਰਿਹਾ ਹੈ। ਤੇ ਜਿਹੜੇ ਪਿੰਡ ਦੇ ਲੋਕੀ ਆ
ਕਿਸੇ ਨੂੰ ਕੋਈ ਨਸ਼ਾ ਕਰ ਰਿਹਾ ਹੈ ਜਾਂ ਕੋਈ ਸ਼ਰਾਬ ਪੀ ਰਿਹਾ ਹੈ, ਉਹਦੇ ਨਾਲ ਵੀ ਜਿਹੜੀ ਹੈ ਸ਼ੁਕਰਾਣੂਆਂ ਦੀ ਜਿਹੜੀ ਸਮੱਸਿਆ ਹੈ ਹੋ ਸਕਦੀ ਹੈ, ਜ਼ਿਆਦਾ ਵੱਧ ਗਈ ਹੈ। ਤੇ ਅੱਜ ਕੱਲ ਇੰਨੀ ਖੁਰਾਕ ਵਿੱਚ ਵੀ ਮਿਲਾਵਟ ਆ ਗਈ ਹੈ, ਇੰਨੇ ਪੈਸਟੀਸਾਈਡਸ ਆ ਗਏ ਹੈ, ਜਿਹੜੇ ਲੋਕੀ ਕੈਮੀਕਲਸ ਦੇ ਨਾਲ ਰਹਿੰਦੇ ਆ, ਉਹਦੇ ਨਾਲ ਵੀ ਜਿਹੜੀ ਹੈ ਸ਼ੁਕਰਾਣੂਆਂ ਦੀ ਮਾਤਰਾ ਘੱਟ ਹੋ ਸਕਦੀ ਹੈ। ਪਰ ਕਈ ਬਿਮਾਰੀਆਂ ਹੈ ਜਿਵੇਂ ਕਿ ਉਹ ਬਚਪਨ ਵਿੱਚ ਕੰਨ ਪੇੜੇ ਹੋ ਜਾਣ ਜਾਂ ਮੰਪਸ ਹੋ ਜਾਣ, ਜਿਹਦੇ ਨਾਲ ਉਹਦੇ ਨਾਲ ਵੀ ਜਿਹੜੀ ਹੈ ਗੋਲੀਆਂ ਜਿਹੜੀਆਂ ਅੰਡਕੋਸ਼ ਹੈ ਇਫੈਕਟ ਹੋ ਜਾਂਦੇ ਆ ਤੇ ਟੈਸਟੀਕੂਲਰ ਡੈਮੇਜ ਹੋ ਜਾਂਦਾ ਹੈ, ਜਿਹਦੇ ਨਾਲ ਇਫੈਕਟ ਹੁੰਦਾ ਹੈ, ਜਿਹੜੇ ਸ਼ੁਕਰਾਣੂ ਘੱਟ ਹੋ ਜਾਂਦੇ ਆ। ਤੇ ਕਈ ਕੇਸਿਸ ਵਿੱਚ ਜਨਮ ਤੋਂ ਹੀ ਜਿਹੜੀ ਗੋਲੀਆਂ ਉਹ ਥੱਲੇ ਨਹੀਂ ਆਉਂਦੀਆਂ, ਜਾਂ ਅਨਡਿਸੈਂਡਡ ਟੈਸਟਿਸ ਜਿਨ੍ਹਾਂ ਨੂੰ ਕਹਿੰਦੇ ਆ, ਜਾਂ ਫਿਰ ਕੋਈ ਹਾਰਮੋਨਲ ਇੰਬੈਲੈਂਸ ਹੋ ਗਿਆ ਹੈ, ਜਾਂ ਕੋਈ ਕ੍ਰੋਨਿਕ ਇਨਫੈਕਸ਼ਨ ਹੈ, ਸੀਮਨ ਵਿੱਚ ਪਸ ਆਈ ਜਾ ਰਹੀ ਹੈ, ਉਹਦੇ ਨਾਲ ਬਲੌਕੇਜ ਹੋ ਜਾਂਦਾ ਹੈ। ਠੀਕ ਹੈ, ਜਦੋਂ ਉਹ ਬਲੌਕ ਹੋ ਗਿਆ ਤੇ ਫਿਰ ਜਿਹੜੇ ਆ ਸ਼ੁਕਰਾਣੂ ਬਾਹਰ ਨਹੀਂ ਆਉਂਦੇ। ਸੋ ਇਹਨਾਂ ਕਾਰਨਾਂ ਦੇ ਨਾਲ ਇੱਕ ਆਦਮੀ ਵਿੱਚ ਵੀਰਜ ਵਿੱਚ ਸਮੱਸਿਆ ਆ ਸਕਦੀ ਹੈ ਜੀ। ਤੇ ਅਗਰ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਉਹ ਮਤਲਬ ਦਵਾਈਆਂ ਨਾਲ ਹੀ ਠੀਕ ਹੋ ਸਕਦਾ ਹੈ ਜਾਂ ਉਸ ਦਾ ਵੀ ਕੋਈ ਪ੍ਰੋਪਰ ਪ੍ਰੋਸੀਜਰ ਰਹਿੰਦਾ ਹੈ? ਦੇਖੋ, ਜਦ ਵੀ ਕਿਸੇ ਕਪਲ ਦੇ ਵਿੱਚ ਸ਼ੁਕਰਾਣੂ ਦੀ ਸਮੱਸਿਆ ਹੈ, ਸਭ ਤੋਂ ਪਹਿਲਾਂ ਇੱਕ ਡਿਟੇਲਡ ਸੀਮਨ ਟੈਸਟ ਕਰਾਉਣਾ, ਮਤਲਬ ਡਿਟੇਲਡ ਸੀਮਨ ਐਨਾਲਿਸਿਸ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਖਾਲੀ ਆਪਾਂ ਕਾਊਂਟ ਨਹੀਂ ਦੇਖਦੇ ਕਿ 50 ਮਿਲੀਅਨ ਹੈ, 40 ਮਿਲੀਅਨ ਹੈ, 20 ਮਿਲੀਅਨ ਹੈ। ਉਹਦੇ ਵਿੱਚ ਹੋਰ ਡਿਟੇਲਡ ਚੈੱਕਅਪ ਹੋਣਾ ਸਪਰਮਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਹਦੇ ਵਿੱਚ ਦੇਖਿਆ ਜਾਏਗਾ ਕਿ ਉਹ ਸਪਰਮ ਜਿਹੜੇ ਸ਼ੁਕਰਾਣੂ ਹੈ ਉਹ ਬੱਚਾ ਪੈਦਾ ਕਰਨ ਦੇ ਕਾਬਿਲ ਹੈ ਕਿ ਨਹੀਂ ਹੈ। ਜੀ, ਇੱਕ ਮਿੰਟ ਮੈਂ ਇੱਥੇ ਟੋਕੂੰਗੀ, ਆਪਾਂ ਡਿਟੇਲਡ ਸੀਮਨ ਟੈਸਟ ਬਾਰੇ ਗੱਲ ਕਰਾਂਗੇ। ਫਿਲਹਾਲ ਇੱਕ ਕਾਲਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਮੈਮ, ਮੈਂ ਹਰਪ੍ਰੀਤ ਨਾਮ ਅੰਮ੍ਰਿਤਸਰ ਤੋਂ। ਹਾਂਜੀ, ਕੀ ਸਮੱਸਿਆ ਜੀ ਤੁਹਾਡੀ? ਮੈਂ ਪ੍ਰੈਗਨੈਂਟ ਪਹਿਲਾਂ ਮੈਂ ਹੋਈ ਸੀ, ਬਟ ਮੇਰੇ ਬੇਬੀ ਹੋਣ ਵਾਲਾ ਸੀ ਤੇ ਉਹਨਾਂ ਦੇ ਰੀੜ੍ਹ ਦੀ ਮਗਰ ਜ਼ਖਮ ਸੀਗਾ, ਮਤਲਬ ਉਹਨਾਂ ਦੇ ਗੁੱਡੇ ਨਹੀਂ ਬਣੇ। 5 ਮਹੀਨੇ ਬਾਅਦ ਮੈਂ ਮਿਸਕੈਰੇਜ ਹੋ ਗਿਆ ਮੇਰਾ ਜੀ। ਮੈਮ ਇਹਦੇ ਵਾਸਤੇ ਮੈਡੀਸਨ ਹੀ ਬਹੁਤ ਖਾਧੀ, ਬਟ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਨਹੀਂ ਹੋ ਸਕੀ। ਕਿੰਨਾ ਟਾਈਮ ਹੋ ਚੁੱਕਿਆ ਮੈਮ 1.5 ਸਾਲ। ਅੱਛਾ, 1.5 ਸਾਲ ਹੋ ਗਿਆ ਤੁਹਾਡੇ ਮਿਸਕੈਰੇਜ ਹੋਏ, ਉਸ ਤੋਂ ਬਾਅਦ ਤੁਹਾਡੇ ਪ੍ਰੈਗਨੈਂਸੀ ਨਹੀਂ ਹੋਈ, ਤੁਸੀਂ ਇਹ ਕਹਿ ਰਹੇ ਹੋ ਨਾ? ਹਾਂਜੀ। ਤੇ ਤੁਸੀਂ ਕੋਈ ਟੈਸਟ ਵਗੈਰਾ ਕਰਾਏ? ਕੀ ਦੱਸਿਆ ਡਾਕਟਰਾਂ ਨੇ ਤੁਹਾਨੂੰ? ਹਾਂਜੀ, ਟੈਸਟ ਮੈਮ ਕੀਤੇ, ਬਟ ਮੇਰੇ ਬੱਚੇ ਦਾਣੇ ਅੰਦਰ ਸੋ ਜਾਂਦੇ ਸੀ, ਬਸ ਇਸ ਕਰਕੇ ਕਹਿੰਦੇ ਸੀ ਪ੍ਰੈਗਨੈਂਟ ਨਹੀਂ ਹੋ ਸਕੇ। ਮੈਂ ਦਵਾਈਆਂ ਬਹੁਤ ਯੂਜ਼ ਕੀਤੀਆਂ ਪਰ ਨਹੀਂ ਹੋ ਸਕਿਆ। ਕੀ ਬੱਚੇਦਾਨੀ ਦੀ ਕੀ ਪ੍ਰੋਬਲਮ ਹੈ? ਬੱਚੇਦਾਨੀ ਦੀ ਸੋਜ ਆਈ ਸੀ ਜੀ। ਸੋਜ ਆਈ ਸੀ, ਮਤਲਬ ਕਿ ਇਨਫੈਕਸ਼ਨ ਹੋ ਗਈ ਹੈ ਅੰਦਰ। ਤੁਸੀਂ ਹੋਰ ਵੀ ਡਿਟੇਲ ਚੈੱਕਅਪ ਕਰਾਓ ਜੀ, ਇੱਕ ਆਪਣਾ ਡਿਟੇਲਡ ਸਕੈਨ ਕਰਾਓ, ਅੰਡੇਦਾਨੀਆਂ ਚੈੱਕਅਪ ਕਰਾਓ ਤੇ ਫਿਰ ਟਿਊਬਾਂ ਦਾ ਵੀ ਟੈਸਟ ਕਰਾਓ, ਕਿਉਂਕਿ ਹੋ ਸਕਦਾ ਕहीं ਨਾ ਕहीं ਕੋਈ ਨਾ ਕੋਈ ਪ੍ਰੋਬਲਮ ਹੈ ਜਿਹੜੀ 1.5 ਸਾਲ ਵਿੱਚ ਨਹੀਂ ਹੋ ਰਹੀ। ਤੇ ਉਸ ਤੋਂ ਨਾਲ ਆ ਵੀ ਦੇਖਣਾ ਪਏਗਾ ਕਿ ਜਿਹੜਾ ਅੱਗੇ ਜਾ ਕੇ ਬੱਚਾ ਹੋਏ, ਜਿਹੜੀ ਪ੍ਰੈਗਨੈਂਸੀ ਹੋਏ, ਉਹ ਬਿਲਕੁਲ ਤੰਦਰੁਸਤ ਹੋਏ, ਸੇਮ ਪ੍ਰੋਬਲਮ ਨਾ ਆਏ ਤੁਹਾਨੂੰ। ਬਿਲਕੁਲ ਜੀ। ਤੇ ਅਸੀਂ ਗੱਲ ਕਰ ਰਹੇ ਸੀ ਡਿਟੇਲ ਸੀਮਨ ਟੈਸਟ ਦੀ, ਉਸ ਦੇ ਵਿੱਚ ਕੀ ਮਤਲਬ ਦੇਖਣਾ ਪੈਂਦਾ ਹੈ? ਹਾਂ, ਮਤਲਬ ਕਿ ਹਰ ਚੀਜ਼ ਦੇਖਣੀ ਪਏਗੀ, ਪਸ ਸੈਲਸ ਦੇਖਣੇ ਪੈਣਗੇ, ਸਾਰੇ ਹੀ ਹੋਏਗੀ। ਤੇ ਅੱਜ ਕੱਲ ਹੋਰ ਵੀ ਨਈ ਮਸ਼ੀਨਸ ਆ ਗਈਆਂ, ਜਿਵੇਂ ਕਿ ਕੰਪਿਊਟਰ ਏਡਡ ਸੀਮਨ ਐਨਾਲਿਸਿਸ ਆ ਗਿਆ, ਜਿਹਨੂੰ ਕਾਸਾ ਕਿਹਾ ਜਾਂਦਾ ਹੈ। ਉਹਦੇ ਵਿੱਚ ਤਾਂ ਉਹ ਮਸ਼ੀਨ ਦੱਸਦੀ ਹੈ ਕਿ ਇਹ ਬੱਚਾ ਪੈਦਾ ਕਰਨ ਦੇ ਕਾਬਿਲ ਹੈ ਸ਼ੁਕਰਾਣੂ ਕਿ ਨਹੀਂ ਹੈ। ਠੀਕ ਹੈ, ਕਿਉਂਕਿ ਦੇਖਣ ਵਿੱਚ ਨਾਰਮਲ ਸਿੰਪਲ ਪਲੇਨ ਮਾਈਕਰੋਸਕੋਪ ਥੱਲੇ ਸਾਰੇ ਸ਼ੁਕਰਾਣੂ ਨਾਰਮਲ ਲੱਗ ਸਕਦੇ ਆ, ਪਰ ਹੋ ਸਕਦਾ ਕੋਈ ਪੈਦਾ ਕਰ ਸਕੇ ਜਾਂ ਨਹੀਂ ਕਰ ਸਕੇ। ਤੇ ਉਹਦੇ ਨਾਲ ਜਿਹੜੀ ਹੈ ਕਿ ਸਪਰਮ ਸਭ ਤੋਂ ਵਧੀਆ ਕੁਆਲਿਟੀ ਦਾ ਸਪਰਮ ਟੈਸਟ ਟਿਊਬ ਬੇਬੀ ਤੇ ਇਕਸੀ ਵਿਧੀ ਵਿੱਚ ਵੀ ਉਹ ਚੁਣ ਸਕਦੇ ਆ। ਇਹਦੇ ਨਾਲ ਵੀ ਕਾਮਯਾਬੀ ਦਰ ਜਿਹੜਾ ਹੈ ਉਹ ਵੱਧ ਜਾਂਦਾ ਹੈ, ਮਤਲਬ ਪ੍ਰੋਸੀਜਰ ਦਾ। ਫਿਰ ਅਗਰ ਕਿਸੇ ਦੇ ਬਿਲਕੁਲ ਹੀ ਮੰਨ ਲਓ ਨਿਲ ਸ਼ੁਕਰਾਣੂ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਹਸਬੈਂਡ ਦੀ ਜਿਹੜੀ ਹੈ, ਜਿਨ੍ਹਾਂ ਦੇ ਨਿਲ ਸ਼ੁਕਰਾਣੂ ਹੈ, ਉਹਨਾਂ ਦੀ ਸੀਮਨ ਦੀ ਉਹ ਹਾਰਮੋਨਸ ਦੀ ਜਾਂਚ ਹੋਏਗੀ। ਸਾਰੇ ਹਾਰਮੋਨਸ ਦੇਖੇ ਜਾਣਗੇ ਕਿ ਕੀ ਚੀਜ਼, ਕੋਈ ਹਾਰਮੋਨਲ ਇੰਬੈਲੈਂਸ ਹੈ ਕੀ ਹੈ। ਅਗਰ ਉਹਦੇ ਬਾਅਦ ਫਿਰ ਗੋਲੀਆਂ ਤੋਂ ਪੀਸ ਲੈ ਕੇ ਦੇਖਿਆ ਜਾਏਗਾ ਜਾਂ ਪਾਣੀ ਲੈ ਕੇ ਦੇਖਿਆ ਜਾਏਗਾ ਕਿ ਅੰਦਰ ਸ਼ੁਕਰਾਣੂ ਬਣਦੇ ਆ ਕਿ ਨਹੀਂ ਜੀ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਮੈਂਸ਼ਨ ਕਰਨਾ ਚਾਹੂੰਗੀ ਕਿ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਨੇ ਦੇਸੀ ਦਵਾਈਆਂ ਲਈ ਹੁੰਦੀਆਂ, ਜਾਂ ਮਤਲਬ ਉਹ ਅਨਗਾਰਡਡ ਮੈਡੀਸਨ ਖਾਈ ਜਾਂਦੇ ਆ, ਸੋਚਦੇ ਆ ਕਿ ਸ਼ਾਇਦ ਵੱਧ ਜਾਏ, ਉਹਦੇ ਵਿੱਚ ਬਹੁਤ ਨੁਕਸਾਨ ਹੋ ਜਾਂਦਾ ਹੈ। ਹੋ ਸਕਦਾ ਹੈ ਜਿਹੜਾ ਅਕਾਊਂਟ ਅਗਰ ਥੋੜਾ ਬਹੁਤ ਹੈ ਉਹ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਜਦ ਤੱਕ ਹਾਰਮੋਨਲ ਸਟੇਟਸ ਹੀ ਨਹੀਂ ਪਤਾ ਲੱਗੇਗਾ ਤਾਂ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ। ਤੇ ਬਹੁਤ ਸਾਰੀ ਦਵਾਈਆਂ ਜਿਹੜੀਆਂ ਉਹ ਲਿਵਰ ਡੈਮੇਜ ਕਰ ਦਿੰਦੀਆਂ, ਲਿਵਰ ਦੀ ਸੋਜਸ਼ ਆ ਜਾਂਦੀ ਹੈ, ਲਿਵਰ ਫੈਲ ਜਾਂਦਾ ਹੈ, ਤੇ ਉਹ ਇੱਕ ਤਰ੍ਹਾਂ ਹੋਰ ਨੁਕਸਾਨ ਹੋ ਰਿਹਾ ਹੁੰਦਾ ਹੈ। ਅਸੀਂ
ਇੱਕ ਸਮੱਸਿਆ ਦੇ ਵਿੱਚ ਤਾਂ ਪਹਿਲਾਂ ਹੀ ਘਿਰੇ ਹੁੰਦੇ ਆ, ਨਾਲ ਅਸੀਂ ਹੋਰ ਕਈ ਸਮੱਸਿਆਵਾਂ ਨੂੰ ਪੈਦਾ ਕਰ ਲੈਂਦੇ ਆ। ਬਿਲਕੁਲ, ਕਿਉਂਕਿ ਪੇਸ਼ੈਂਟ ਨਾ ਵੇਟ ਕਰਦਾ ਰਹਿੰਦਾ ਕਿ ਸ਼ਾਇਦ ਵੜ ਜਾਏ, ਸ਼ਾਇਦ ਹੋ ਜਾਏ, ਸ਼ਾਇਦ ਹੋ ਜਾਏ, ਉਹਦੇ ਵਿੱਚ ਹੋਰ ਕੰਮ ਖਰਾਬ ਹੋ ਜਾਂਦਾ ਹੈ, ਮਤਲਬ ਹੋਰ ਡੈਮੇਜ ਹੋ ਜਾਂਦਾ ਹੈ ਕੰਮ। ਤੇ ਦੂਜਾ ਗੱਲ, ਕਈ ਵਾਰ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਨੇ FNAC ਬਾਰ ਮਤਲਬ ਪਾਣੀ ਲੈ ਕੇ ਟੈਸਟ ਕਰਾਇਆ ਹੁੰਦਾ, ਨਿਲ ਹੁੰਦੇ ਆ ਜਾਂ ਆ ਨਹੀਂ ਰਿਹਾ ਹੁੰਦੇ, ਗੋਲੀ ਦੇ ਹਰ ਹਿੱਸੇ ਤੋਂ ਹੋਣਾ ਚਾਹੀਦਾ ਹੈ। ਬੇਸਿਕਲੀ ਟੈਸਟੀਕੂਲਰ ਬਾਇਓਪਸੀ ਹੋ ਸਕਦਾ ਹੈ ਇੱਕ ਹਿੱਸੇ ਵਿੱਚ ਸਪਰਮਸ ਨਾ ਬਣ ਰਹੇ ਹੋਣ, ਹੋ ਸਕਦਾ ਹੈ ਦੂਜੇ ਹਿੱਸੇ 'ਚ ਬਣ ਰਹੇ ਹੋਣ। ਸੋ ਸਾਰੀ ਕੋਰਿਲੇਸ਼ਨ ਤੁਹਾਡਾ ਇੱਕ ਡਾਕਟਰ ਜਿਹੜਾ ਉਹ ਕਰੇਗਾ ਹਾਰਮੋਨਲ ਟੈਸਟ ਦੇ ਨਾਲ, ਤੇ ਬਾਕੀ ਚੀਜ਼ਾਂ ਦੇਖ ਕੇ ਉਹ ਡਿਸਾਈਡ ਕਰੇਗਾ ਕਿ ਕਿਹੜਾ ਟ੍ਰੀਟਮੈਂਟ ਤੁਹਾਡੇ ਵਾਸਤੇ ਬੈਸਟ ਰਹੇਗਾ। ਜੀ, ਤੇ ਸਾਡੇ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਹੈਲੋ नमस्कार मैडम। हाँ जी नमस्कार जी, की समस्या जी ਤੁਹਾਡੀ? मुझे पूछना था हमारे मिसेज का जी एक ट्यूब बंद है, टेस्ट कराने के बाद पता चला। अच्छा, तो वो गायनो जो डॉक्टर थी उन्होंने बताया कि एक ट्यूब साधारणतः नहीं लेते हैं, लेकिन हमारे शादी को करीब 2-2.5 साल हो गया। अच्छा ऐसे है जी, एक ट्यूब अगर बंद हो तो भी बच्चा हो सकता है, अगर दूसरी ट्यूब आपकी बिल्कुल ठीक है तो प्रेगनेंसी आपके हो सकती है। लेकिन 2-2.5 साल हो गया, हम वेट कर रहे हैं, नहीं हो रही, तो इसका मतलब हो सकता है दूसरी ट्यूब जो है वो चाहे देखने में ठीक है पर वो अंदर से फंक्शन ठीक नहीं कर रही। हो सकता है दूसरी ट्यूब में भी इन्फेक्शन फैल गई हो या बच्चेदानी की डैमेज हो गया हो, बच्चेदानी की तय नहीं ठीक हो। तो आपको एक डिटेल्ड जांच सारी दोबारा करानी चाहिए कि क्यों नहीं हो रहा। उसके बाद आपके जो गायनोकोलॉजिस्ट है वो डिसाइड करेगी कि कौन सा ट्रीटमेंट आपके लिए सही है। जी तो बिल्कुल। उसके लिए क्या टेस्ट कराते हैं मैडम? सारे आप अपना डिटेल जांच कराइए, वाइफ की कराइए, देखिए वाइफ का अंडा बन रहा है कि नहीं बन रहा, तय ठीक है कि नहीं है, दूसरी ट्यूब है जो वो ठीक काम कर रही है कि नहीं कर रही। ਜੀ ਜਿਵੇਂ ਆਪਾਂ ਟੈਸਟ ਵਗੈਰਾ ਦੀ ਗੱਲ ਕਰ ਰਹੇ ਹਾਂ, ਕਈ ਵਾਰ ਕੀ ਹੁੰਦਾ ਹੈ ਕਿ ਜੋ ਬੇਔਲਾਦ ਜੋੜੇ ਹੁੰਦੇ ਆ ਹਰ ਤਰ੍ਹਾਂ ਦਾ ਟੈਸਟ ਕਰਵਾਉਂਦੇ ਆ, ਟੈਸਟ ਵਿੱਚ ਕੁਝ ਵੀ ਨਹੀਂ ਆਉਂਦਾ ਬਟ ਫਿਰ ਵੀ ਪ੍ਰੈਗਨੈਂਸੀ ਨਹੀਂ ਹੁੰਦੀ, ਉਹ ਉੱਥੇ ਕੀ ਰੀਜ਼ਨ ਹੈ? ਤੁਸੀਂ ਬਿਲਕੁਲ ਠੀਕ ਕਿਹਾ ਕਿ ਬਹੁਤ ਸਾਰੇ ਜਿਹੜੇ ਜੋੜੇ ਆ ਉਹ ਮਤਲਬ ਕਹਿੰਦੇ ਕਿ ਮਤਲਬ ਸਾਰੇ ਟੈਸਟ ਹੋ ਗਏ ਫਿਰ ਵੀ ਕੁਝ ਨਹੀਂ ਹੋਇਆ। ਕਈ ਵਾਰ ਤਾਂ ਜਿਹੜਾ ਹੈ ਗੱਲ ਹੁੰਦੀ ਹੈ ਕਿ ਟੈਸਟ ਜਿਹੜੇ ਆ ਪੂਰੇ ਹੋਏ ਹੀ ਨਹੀਂ ਹੁੰਦੇ, ਠੀਕ ਹੈ, ਕੁਝ ਨਾ ਕੁਝ ਜ਼ਰੂਰ ਰਹਿ ਗਿਆ ਹੁੰਦਾ ਹੈ ਟੈਸਟਾਂ ਵਿੱਚ ਵੀ। ਫਿਰ ਵੀ ਜੇ ਮੰਨ ਲਓ ਬਾਈ ਚਾਂਸ ਸਾਰੇ ਨਾਰਮਲ ਹੈ, ਹਸਬੈਂਡ ਵਾਈਫ ਦੇ ਐਂਟੀਸਪਰਮ ਐਂਟੀਬਾਡੀਜ਼ ਦੇਖੇ ਜਾਣਗੇ, ਫਿਰ ਉਹਨਾਂ ਨੂੰ ICSI ਵਿਧੀ ਜਾਂ ਟੈਸਟ ਟਿਊਬ ਬੇਬੀ ਵਿਧੀ ਦੇ ਨਾਲ ਪ੍ਰੈਗਨੈਂਸੀ ਲੈ ਲੈਣੀ ਚਾਹੀਦੀ ਹੈ। ਜੀ ਬਿਲਕੁਲ, ਅਸੀਂ ਬਾਰ-ਬਾਰ ਇਹੀ ਗੱਲ ਤੁਹਾਨੂੰ ਸਾਰਿਆਂ ਨੂੰ ਇਸੇ ਲਈ ਕਹਿ ਰਹੇ ਹਾਂ ਕਿ ਬਾਂਝਪਨ ਦੀ ਇਹ ਅਜਿਹੀ ਸਮੱਸਿਆ ਜੇ ਅਸੀਂ ਟਾਈਮ ਰਹਿੰਦੇ ਉਸਦਾ ਸਹੀ ਇਲਾਜ ਮਾਹਿਰ ਡਾਕਟਰ ਕੋਲ ਜਾ ਕੇ ਨਹੀਂ ਕਰਾਵਾਂਗੇ ਤਾਂ ਅੱਗੇ ਪ੍ਰੋਬਲਮਸ ਹੋਰ ਵੱਧਦੀਆਂ ਹੀ ਜਾਂਦੀਆਂ ਨੇ। ਸੋ ਆਪਣੀ ਪ੍ਰੋਬਲਮਸ ਨੂੰ ਵਧਾਓ ਨਾ। ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਅਸੀਂ ਪ੍ਰੋਗਰਾਮ ਹੈਲਥ ਇਜ਼ ਵੈਲਥ ਦੇ ਵਿੱਚ ਮਾਹਿਰ ਡਾਕਟਰ ਬਾਂਝਪਨ ਦੀ ਜੋ ਸਮੱਸਿਆ ਦੇ ਮਾਹਿਰ ਡਾਕਟਰ ਨੇ ਡਾਕਟਰ ਸੁਮਿਤਾ ਸੋਫਾ ਜੀ ਨੂੰ ਬੁਲਾਇਆ ਹੋਇਆ ਹੈ। ਕਿਸੇ ਨੂੰ ਵੀ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਲੱਗੇ ਬੇਝਿਜਕ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰ ਸਕਦੇ ਹੋ। ਲਾਈਵ ਸ਼ੋਅ ਸਾਡਾ ਚੱਲਦਾ ਪਿਆ ਤੇ ਆਪਣੀ ਸਮੱਸਿਆ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਸਾਡੇ ਇੱਕ ਕਾਲਰ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਪਟਿਆਲੇ ਤੋਂ ਜੀ। ਕੀ ਸਮੱਸਿਆ ਜੀ ਤੁਹਾਡੀ? ਬੱਚਾ ਨਹੀਂ ਹੈਗਾ ਸੀ ਮੇਰੇ ਕੋਲ ਜੀ, 10 ਸਾਲ ਹੋ ਗਏ ਸੀ ਵਿਆਹ ਨੂੰ ਜੀ। कितने साल हो गए जी? 7 साल हो गए? ਨਾ 9-10 ਸਾਲ ਹੋ ਗਏ ਜੀ। 9-10 साल हो गए। वाइफ ਦੀ ਉਮਰ ਕੀ ਹੈ ਜੀ? 30 ਸਾਲ ਉਮਰ ਹੈ ਜੀ। 30 ਸਾਲ। ਅੱਛਾ, ਤੁਸੀਂ ਟੈਸਟ ਕਰਾਇਆ? ਕੀ ਨੁਕਸ ਦੱਸਿਆ ਡਾਕਟਰ ਨੇ? ਟੈਸਟ ਤਾਂ ਵੈਸੇ ਕਾਫੀ ਕਰਵਾ ਲਈ ਸੀ, ਟਿਊਬਾਂ ਟੈਸਟ ਕਰਵਾਈਆਂ ਸੀ, ਇੱਕ ਬੰਦ ਸੀ। ਅੱਛਾ ਫਿਰ ਮਤਲਬ ਉਹਦੀ ਵਾਸ਼ ਕਰਾਤੀ ਸੀ ਆਪਾਂ ਨੇ, ਖਿਲਾਤੀ ਸੀ। ਅੱਛਾ, ਹਾਂਜੀ। ਫਿਰ ਵੀ ਨਹੀਂ ਹੋਇਆ? ਨਾ ਇੱਕ ਪੀਸ ਟੈਸਟ ਲੈ ਕਰਦੇ, ਉਹ ਵੀ ਨਾਰਮਲ ਆਈ ਸੀ ਰਿਪੋਰਟ ਜੀ। ਅੱਛਾ, ਹਾਂਜੀ, ਪਰ ਬੱਚਾ ਨਹੀਂ ਹੋ ਰਿਹਾ? ਬੱਚਾ ਨਹੀਂ ਹੋ ਰਿਹਾ ਜੀ। ਹਾਂ, ਤੇ ਤੁਹਾਨੂੰ ਹੁਣ ਕਿਸੇ ਵੱਡੇ ਇਲਾਜ ਦੀ ਜ਼ਰੂਰਤ ਹੈ, ਠੀਕ ਹੈ? ਬਹੁਤ ਟਾਈਮ ਤੁਸੀਂ ਹਾਂ ਬਹੁਤ ਟਾਈਮ ਹੋ ਗਿਆ, ਤੁਸੀਂ ਹੁਣ ਵੇਟ ਨਹੀਂ ਕਰਨੀ ਚਾਹੀਦੀ ਤੁਹਾਨੂੰ, ਕਿਉਂਕਿ ਵਾਈਫ ਦੀ ਵੀ ਏਜ 30s ਵਿੱਚ ਆ ਰਹੀ ਹੈ ਤੇ ਹੁਣ ਹੋਰ ਸਮੱਸਿਆ ਆ ਜਾਏਗੀ। ਤੇ ਮਤਲਬ ਕਿ ਚੰਗਾ ਵਧੀਆ ਇਲਾਜ ਕਰਾਓ। ਤੁਸੀਂ IUI ਵਗੈਰਾ ਕਰਾਇਆ? ਕਰਾਇਆ ਜੀ, ਵੀ ਕਰਾ ਲਈ। तो कराया, IUI भी करा चुके हो, तो ਤੁਹਾਨੂੰ ਹੁਣ ਟੈਸਟ ਟਿਊਬ ਬੇਬੀ ਹੈ ਉਸ ਤੋਂ ਉੱਪਰ ਦਾ ਇਲਾਜ ਕਰਾਉਣਾ ਚਾਹੀਦਾ। ਜਿਹੜੇ ਸਿਮਨ ਦੇ ਕਈ % ਹੋਣੇ ਚਾਹੀਦੇ ਨੇ ਜੀ? ਦੇਖੋ ਉਹੀ ਗੱਲ ਹੋਗੀ ਨਾ, ਪਰਸੈਂਟੇਜ ਨਹੀਂ ਹੁੰਦੀ ਕਿ ਬੱਚਾ ਪੈਦਾ ਕਰਨ ਵਾਲੇ ਕਿੰਨੇ ਸ਼ੁਕਰਾਣੂ ਹੈ। ਕਾਊਂਟ ਚਾਹੇ ਤੁਹਾਡਾ 20 ਮਿਲੀਅਨ ਹੋਏ ਜਾਂ 30 ਮਿਲੀਅਨ ਹੋਣ, ਜੇ ਪਰ 100% ਬੱਚਾ ਪੈਦਾ ਕਰਨ ਦੇ ਕਾਬਲ ਹੋਣ ਤੇ ਉਹਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਪਰ ਜੇ ਕਾਊਂਟ ਵੀ ਤੁਹਾਡਾ 60 ਮਿਲੀਅਨ ਹੈ ਪਰ ਉਹਦੇ ਵਿੱਚ ਸਿਰਫ 10% ਹੀ ਬੱਚਾ ਪੈਦਾ ਕਰਨ ਵਾਲੇ ਸ਼ੁਕਰਾਣੂ ਹੈ ਤਾਂ ਫਿਰ ਪ੍ਰੈਗਨੈਂਸੀ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜੀ
ਤੇ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਪਹਿਲਾਂ ਹੀ ਤੁਸੀਂ ਬਹੁਤ ਟਾਈਮ ਗੈਪ ਪੈ ਚੁੱਕਿਆ ਹੈ, ਟਾਈਮ ਰਹਿੰਦੇ ਮਾਹਿਰ ਡਾਕਟਰ ਨੂੰ ਮਿਲੋ, ਸਲਾਹ ਲਓ ਤਾਂ ਕਿ ਤੁਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕੋ। ਤੇ ਇਸ ਦੇ ਨਾਲ ਹੀ ਕਈ ਵਾਰ ਇਹ ਵੀ ਫੈਕਟਰ ਆਂਦਾ ਹੈ ਕਿ ਲਾਈਕ ਇੰਨੀ ਥਾਂ ਤੇ ਜਾ ਕੇ ਲੋਕੀ ਨਿਰਾਸ਼ ਹੋ ਜਾਂਦੇ ਨੇ, ਹਨਾ, ਡਿਪਰੈਸਡ ਹੋ ਜਾਂਦੇ ਨੇ, ਤਾਂ ਕੀ ਇਹ ਵੀ ਫੈਕਟਰ ਰਹਿੰਦਾ ਹੈ ਕਿ ਕਈ ਵਾਰ ਜਿਵੇਂ ਅੱਗੋਂ ਕੋਈ ਵੀ ਟੈਕਨੀਕ ਜਾਂ ਕਿਸੇ ਵੀ ਤਰ੍ਹਾਂ ਦਾ ਇਲਾਜ ਕਰਵਾਉਣਾ ਸ਼ੁਰੂ ਕਰਦੇ ਨੇ ਤਾਂ ਉਹ ਸਪੋਰਟ ਨਹੀਂ ਕਰ ਪਾਉਂਦਾ ਉਹਨਾਂ ਦਾ ਸਿਸਟਮ ਜੋ ਹੈ? ਬਿਲਕੁਲ, ਦੇਖੋ ਜਦ ਵੀ ਇੱਕ ਬੇਔਲਾਦ ਜੋੜਾ ਹੁੰਦਾ ਹੈ ਉਹ ਟੈਸਟ ਕਰਾਉਂਦੇ ਆ, ਇਹਦੇ ਵਿੱਚ ਮਾਨਸਿਕ ਪਰੇਸ਼ਾਨੀ ਬਹੁਤ ਹੋ ਜਾਂਦੀ ਹੈ ਕਿਉਂਕਿ ਸਾਡੀ ਜਿਹੜੀ ਸੁਸਾਇਟੀ ਹੈ ਇਹੋ ਜੀ ਸੁਸਾਇਟੀ ਹੈ, ਸਭ ਨੇ ਪੁੱਛੀ ਜਾਣਾ ਬੱਚਾ ਨਹੀਂ ਹੋ ਰਿਹਾ, ਬੱਚਾ ਨਹੀਂ ਹੋ ਰਿਹਾ। ਜੁਆਇੰਟ ਫੈਮਿਲੀਜ਼ ਵਿੱਚ ਵੀ ਪ੍ਰੋਬਲਮ ਆ ਜਾਏਗੀ, ਰਿਸ਼ਤੇਦਾਰ ਕਰਦੇ ਆ ਤੇ ਉਹਦੇ ਨਾਲ ਜਿਹੜਾ ਹੈ ਮਾਨਸਿਕ ਸਟ੍ਰੈਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਨਾਲ ਜਿਹੜਾ ਹੈ ਫਾਈਨੈਂਸ਼ੀਅਲ ਸਟ੍ਰੈਸ, ਮਤਲਬ ਪੈਸਾ ਵੀ ਖਰਚ ਹੋਈ ਜਾਂਦਾ ਹੈ ਤੇ ਟੈਨਸ਼ਨ ਵੀ ਰਹਿੰਦੀ ਹੈ ਪੇਸ਼ੈਂਟ ਨੂੰ। ਸੋ ਬਹੁਤ ਜ਼ਿਆਦਾ ਪ੍ਰੋਬਲਮਸ ਆ ਸਕਦੀਆਂ। ਇਸ ਕਰਕੇ ਇੱਕ ਚੰਗੇ ਹਸਪਤਾਲ ਵਿੱਚ ਕਾਉਂਸਲਰ ਵੀ ਹੁੰਦੇ ਆ ਜਿਹੜੇ ਕਿ ਕਾਉਂਸਲ ਕਰਨਗੇ, ਪੇਸ਼ੈਂਟ ਨੂੰ ਦੱਸਦੇ ਆ, ਉਹਨਾਂ ਦੇ ਮਤਲਬ ਕਿ ਪੇਸ਼ੈਂਟ ਨੂੰ ਸਾਰਾ ਦੱਸਿਆ ਜਾਂਦਾ ਹੈ, ਡਿਟੇਲ ਵਿੱਚ ਟ੍ਰੀਟਮੈਂਟ ਦੱਸਿਆ ਜਾਂਦਾ ਹੈ। ਜਿਹੜਾ ਕਪਲ ਹੈ ਉਹ ਆਪਣੇ ਪੇਰੈਂਟਸ ਦੇ ਨਾਲ ਆਂਦਾ ਹੈ, ਉਹਨਾਂ ਨੂੰ ਇਲਾਜ ਦੱਸਿਆ ਜਾਂਦਾ ਹੈ। ਤਾਂ ਗ੍ਰੈਜੂਅਲੀ ਜਿਹੜਾ ਹੈ ਫੇਥ ਬਿਲਡ ਹੁੰਦਾ ਹੈ ਕਿ ਹਾਂ ਮੈਂ ਠੀਕ ਇਲਾਜ ਕਰਾ ਰਿਹਾ ਤਾਂ ਮੇਰੇ ਬੱਚਾ ਹੋ ਸਕਦਾ ਹੈ। ਮਤਲਬ ਕਿ ਸਭ ਪੇਸ਼ੈਂਟ ਨੂੰ ਦਿਲ ਨਹੀਂ ਛੱਡਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਠੀਕ ਹੈ ਕਿ ਉਹ ਅਗਰ ਇਲਾਜ ਦੇ ਪਿੱਛੇ ਰਹੇਗਾ ਤੇ ਬੱਚਾ ਹੋ ਸਕਦਾ ਹੈ। ਮਤਲਬ ਐ ਨਾ ਸੋਚੇ ਕਿ ਹਾਏ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਹੁਣ ਨੀਲ ਸ਼ੁਕਰਾਣੂ ਹੈ, ਉਹ ਕਹਿ ਸੀਗਾ ਹਾਂ ਹੁਣ ਤਾਂ ਮੇਰੇ ਸ਼ੁਕਰਾਣੂ ਹੀ ਖਤਮ ਹੋ ਗਏ, ਬੱਚਾ ਹੋ ਹੀ ਨਹੀਂ ਸਕਦਾ। ਇੰਜ ਨਹੀਂ ਸੋਚਣਾ ਚਾਹੀਦਾ। ਮਤਲਬ ਕਿ ਅੱਜ ਦੀ ਡੇਟ ਵਿੱਚ ਹਰ ਚੀਜ਼ ਦੀ ਜਿਹੜੀ ਹੈ ਸਮੱਸਿਆ ਦਾ ਸਮਾਧਾਨ ਹੈ। ਬਿਲਕੁਲ ਹੈ। ਤੇ ਆਪਣੀ ਸਮੱਸਿਆ ਦਾ ਸਮਾਧਾਨ ਲਈ ਹੋਰ ਸਾਡੇ ਕਾਲਰ ਜੁੜ ਚੁੱਕੇ ਨੇ ਲਾਈਨ ਤੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, मैं डिस्ट्रिक्ट अम्बाला से बोल रहा हूँ जी। हाँ जी, की समस्या जी ਤੁਹਾਡੀ? मैडम जी सबसे पहले तो आपका धन्यवाद जो आप अपना कीमती टाइम लेके इनको मरीजों को दे रहे हो। जी जी मैडम जी मेरी वाइफ को ना 8-10 साल से लकोरिया की समस्या है जी। ओके। अच्छा, और मैंने कई जगहों से ये दवाई भी खा ली है लेकिन देसी और इंग्लिश भी कोई फायदा नहीं मिल रहा है मैडम जी। अच्छा, आपकी क्या कहते हैं बच्चे हैं आपके पास कि नहीं? हाँ जी मेरे पास 2 लड़के हैं लेकिन ये अच्छा, मतलब आपको अभी बच्चा नहीं चाहिए, वाइफ को ल्यूकोरिया की प्रॉब्लम है ना? हाँ जी इससे इनकी कमर में दर्द, टांगों में दर्द रहता है जी बहुत ज्यादा। हाँ देखो, एकदम आपको अपनी वाइफ का चेकअप कराना चाहिए। एक डॉक्टर देखेगा कि उनकी बच्चेदानी के मुंह पे जख्म है कि नहीं है। अगर तो जख्म हुआ तो जो डॉक्टर है वो उसके ऊपर उसका इलाज करेगा, जख्म का सारे टेस्ट करेगा और फिर देखेगा कि कोई जो पानी पड़ रहा है आपको इन्फेक्शन तो नहीं है, साथ हो सकता है आपको दोनों को इकट्ठे इलाज कराना पड़े तो उससे वो ठीक हो जाएगा और जो कमजोरी और जो लातों में दर्द है, उनकी टांगों में दर्द है, वो नहीं होगी। जी बिल्कुल, तो बता देते कोई मैं लेके आता जी किसी कहीं से थोड़े टाइम के लिए। हाँ जी, ਤੁਸੀਂ ਆਪਣੇ ਕਿਤੇ ਵੀ ਮਾਹਿਰ ਡਾਕਟਰ ਨੂੰ ਮਿਲ ਸਕਦੇ ਹੋ, ਇਸ ਬਾਰੇ ਸਲਾਹ ਲੈ ਸਕਦੇ ਹੋ ਤੁਸੀਂ ਜੀ। ਤੇ ਅੱਗੋਂ ਮੈਂ ਜਾਣਨਾ ਚਾਹੂੰਗੀ ਲਾਈਕ ਅਸੀਂ ਇਸ ਪ੍ਰੋਸੀਜਰ ਦੇ ਵਿੱਚ ਅੱਗੇ ਵਧਦੇ ਜਿਵੇਂ ਟੈਸਟ ਟਿਊਬ ਹੈ ਇਸ ਤੋਂ ਅੱਗੇ ਚੱਲ ਕੇ ਕਈ ਵਾਰ ਲੋਕਾਂ ਨੇ ਇਹ ਵੀ ਵਹਿਮ ਰਹਿੰਦਾ ਕਿ ਜੋ ਬੱਚਾ ਹੋਏਗਾ ਜੋ ਸਾਡਾ ਆਪਣਾ ਬੱਚਾ ਨਹੀਂ ਹੋਏਗਾ। हाँ बिल्कुल, मतलब पेशेंट बहुत घबरांदा है। कल मेरे को बहुत पेशेंट्स पूछते हैं कि जी बच्चा साडा अपना ही होएगा। बिल्कुल टेस्ट ट्यूब में भी दा मतलब नहीं है कि बच्चा किसी होर दा होएगा ते बच्चे वो टेस्ट भी करा सकते हैं, डीएनए हो सकता है बच्चे दा, पता लग जाएगा कि बच्चा उन्हां दा। मतलब आ बिल्कुल गलत धारणा है। जे टेस्ट ट्यूब बेबी या एक्सी विधि होएगी तो बच्चा 100% उन्हां दा अपना ही होएगा। कोई भी डॉक्टर किसी होर दा बच्चा नहीं रखेगा बच्चेदानी विच। ठीक है, ते आ बिल्कुल गलत वहम है पेशेंट दे मन दे अंदर कि नहीं होएगा। ਜੀ ਬਿਲਕੁਲ, ਤੇ ਇਹਨਾਂ ਵਹਿਮਾਂ ਨੂੰ ਦੂਰ ਕਰਨ ਲਈ ਅਸੀਂ ਪ੍ਰੋਗਰਾਮ ਲੈ ਕੇ ਆਂਦੇ ਹਾਂ ਹੈਲਥ ਇਜ਼ ਵੈਲਥ, ਤਾਂ ਕਿ ਤੁਹਾਨੂੰ ਇਸ ਸਮੱਸਿਆ ਬਾਂਝਪਨ ਦੀ ਸਮੱਸਿਆ ਦੇ ਲਈ ਇੰਨਾ ਕੁ ਅਵੇਅਰ ਕਰ ਦਿੱਤਾ ਜਾਏ ਤਾਂ ਕਿ ਹਰੇਕ ਪਹਿਲੂ ਤੋਂ ਤੁਸੀਂ ਜਾਣਕਾਰ ਹੋਵੋ। ਤੁਹਾਡੇ ਆਲੇ ਦੁਆਲੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਹੋਵੇ ਜੋ ਇਸ ਸਮੱਸਿਆ ਤੋਂ ਜੂਝ ਰਿਹਾ ਹੋਵੇ ਤਾਂ ਤੁਸੀਂ ਵੀ ਉਹਨਾਂ ਨੂੰ ਗਾਈਡ ਕਰ ਸਕੋ ਕਿ ਇਸ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ, ਬਲਕਿ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਕਿ ਇਹ ਸਮੱਸਿਆ ਅੱਜ ਦੇ ਟਾਈਮ ਵਿੱਚ ਇੱਕ ਸਮੱਸਿਆ ਨਹੀਂ ਰਹਿ ਗਈ ਹੈ। ਬਸ ਸਹੀ ਦਿਸ਼ਾ ਵੱਲ ਚੱਲ ਕੇ ਮਾਹਿਰ ਡਾਕਟਰ ਕੋਲ ਜਾਈਏ ਤੇ ਅੱਛਾ ਇਲਾਜ ਕਰਾਈਏ ਤੇ ਘਰ ਨੂੰ ਇੱਕ ਬੱਚੇ ਦੀ ਕਿਲਕਾਰੀਆਂ ਦੇ ਨਾਲ ਭਰ ਦਈਏ। ਤੇ ਇੱਥੇ ਨਾਲ ਹੀ ਇਹ ਜਾਣਨਾ ਚਾਹੂੰਗੀ ਕਿ ਲਾਈਕ ਕਈ ਕੁੜੀਆਂ ਹੁੰਦੀਆਂ, ਕਈ ਲੜਕੀਆਂ ਨੂੰ ਛੋਟੀ ਉਮਰ ਵਿੱਚ ਹੀ ਪੀਰੀਅਡਸ ਦੀ ਪ੍ਰੋਬਲਮ ਰਹਿੰਦੀ ਹੈ ਕਿ ਇਹ ਵੀ ਇਹੀ ਪ੍ਰੋਬਲਮ ਦੀ ਸ਼ੁਰੂਆਤ ਹੁੰਦੀ ਹੈ ਬਾਂਝਪਨ ਦੀ ਸਮੱਸਿਆ? ਬਿਲਕੁਲ, ਜਦ ਵੀ ਕਦੇ ਮਾਹਵਾਰੀ ਦੀ ਗੜਬੜੀ ਹੋਈ ਇਹਦਾ ਮਤਲਬ ਕਿ ਚਾਹੇ ਉਹ ਛੋਟੀ ਉਮਰ 'ਚ ਹੋਏ ਚਾਹੇ ਉਹ ਵਧੇਰੀ ਉਮਰ 'ਚ ਹੋਏ ਤੇ ਇਹਦਾ ਮਤਲਬ ਹੈ ਕਿ ਉਹਨੂੰ ਬੱਚਾ ਪੈਦਾ ਕਰਨ ਦੀ ਕੈਪੈਸਿਟੀ ਹੈ ਜਿਹੜੀ ਉਹ ਘਟ ਰਹੀ ਹੈ। ਮਤਲਬ ਕਿ ਪ੍ਰੋਬਲਮ ਆਏਗੀ ਜਾ ਕੇ ਤੇ ਇਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਇਹਨੂੰ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਹੈ, ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੀ 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 ਜੀ, ਯਾਨੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਲੜਕੀਆਂ ਛੋਟੀ ਉਮਰ ਵਿੱਚ ਇਸ ਚੀਜ਼ ਨੂੰ ਡਿਸਕਸ ਹੀ ਨਹੀਂ ਕਰਦੀਆਂ ਨਾ ਆਪਣੇ ਪੇਰੈਂਟਸ ਨਾਲ ਜਾਂ ਡਾਕਟਰ ਤੋਂ ਜਾਣ ਤੋਂ ਵੀ ਘਬਰਾਉਂਦੀਆਂ ਨੇ। ਸੋ ਇਸ
ਪ੍ਰੋਗਰਾਮ ਜ਼ਰੀਏ ਅਸੀਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਪਲੀਜ਼ ਅਗਰ ਤੁਹਾਨੂੰ ਤੁਹਾਡੇ ਘਰ ਵਿੱਚ ਬੇਟੀ ਹੈ, ਭੈਣ ਹੈ, ਕੋਈ ਵੀ ਹੈ, ਅਗਰ ਲੱਗ ਰਿਹਾ ਇਹ ਪ੍ਰੋਬਲਮ ਹੈ ਜਾਂ ਖੁਦ ਨੂੰ ਕੋਈ ਲੜਕੀ ਪ੍ਰੋਗਰਾਮ ਦੇਖ ਰਹੀ ਹੋਵੇ, ਉਹਨੂੰ ਖੁਦ ਨੂੰ ਲੱਗ ਰਿਹਾ ਹੋਵੇ ਕਿ ਵਾਕਈ ਮੈਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਤਾਂ ਅੱਜ ਦੇ ਟਾਈਮ ਵਿੱਚ ਸਾਨੂੰ ਇਹਨਾਂ ਪ੍ਰੋਬਲਮਸ ਨੂੰ ਲੈ ਕੇ ਸ਼ਰਮਾਣਾ ਨਹੀਂ ਚਾਹੀਦਾ। ਕੱਲ ਨੂੰ ਸਾਨੂੰ ਦਿੱਕਤਾਂ ਵੱਧ ਸਕਦੀਆਂ ਨੇ। ਪ੍ਰੋਪਰ ਆਪਣੇ ਪੇਰੈਂਟਸ ਨਾਲ ਗੱਲ ਕਰੋ, ਡਾਕਟਰ ਕੋਲ ਜਾਓ, ਦਵਾਈ ਲਓ, ਤਾਂ ਕਿ ਲੌਂਗ ਟਰਮ ਵਿੱਚ ਵਿਆਹ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਹੈਲੋ हेलो, ਹਾਂਜੀ, ਸਤਿ ਸ਼੍ਰੀ ਅਕਾਲ ਜੀ। अशिया मैडम उन्ने से बोल रहे हैं हम। ਹਾਂਜੀ, ਕੀ ਸਮੱਸਿਆ ਜੀ ਤੁਹਾਡੀ? मैम 3 साल हो गए शादी को, बच्चे नहीं है मैम। अच्छा, आप ऊना से बोल रहे हैं? हाँ जी। अच्छा, 3 साल हो गए और आपके बच्चा नहीं हो रहा, तो आपको क्या बताया डॉक्टरों ने? आपने चेकअप कराया हस्बैंड का अपना? मैम हमने सारे टेस्ट कराए, पर टेस्ट पहले के डॉक्टरों ने कहा कि अंडा का बन रहा है, बड़ा नहीं बना। फिर दवाई खाधी, पर फिर भी नहीं। ਕੀ ਕਹਿ ਰਹੇ ਤੁਸੀਂ? ਕਿਸ ਤਰ੍ਹਾਂ ਦੀ ਪ੍ਰੋਬਲਮ ਆਈ? पहले कहते अंडा के छोटा बनता कि बड़ा नहीं बनता। ਅੱਛਾ ਜੀ। फिर असी फिर दवाई खाधी, फिर भी फर्क पै गया कहते, फिर हो केस नहीं सह रहा है। ਅੱਛਾ ਜੀ। हमने ਤੁਸੀਂ ਦਵਾਈਆਂ ਖਾ ਲਈਆਂ ਪਰ ਅੰਡਾ ਠੀਕ ਨਹੀਂ ਬੰਦਾ ਤੁਹਾਡਾ? हाँ जी। ਠੀਕ ਹੈ, ਤਾਂ ਇਹਦੇ ਵਾਸਤੇ ਤੁਸੀਂ ਆਪਣੇ ਡਾਕਟਰ ਤੋਂ ਪੁੱਛੋ ਕਿ ਅੰਡਾ ਕਿਉਂ ਨਹੀਂ ਠੀਕ ਬਣ ਰਿਹਾ, ਫਿਰ ਉਹ ਦਵਾਈਆਂ ਦੇਵੇਗਾ, ਟੀਕੇ ਦੇਵੇਗਾ ਤੁਹਾਨੂੰ, ਜਿਹਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਠੀਕ ਹੈ, ਇਹਦੇ ਵਿੱਚ ਤੁਹਾਡੇ ਡਿਟੇਲ ਜਾਣਕਾਰੀ, ਡਿਟੇਲ ਚੈੱਕਅਪ ਹੋਣਾ ਵੀ ਜ਼ਰੂਰੀ ਹੈ। ਜੀ ਬਿਲਕੁਲ। ਤੇ ਟਾਈਮ ਰਹਿੰਦੇ ਬਾਰ-ਬਾਰ ਜੋ ਮੈਂ ਇੱਕ ਗੱਲ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਬੋਲਦੀ ਆ ਕਿ ਟਾਈਮ ਰਹਿੰਦੇ ਆ ਮਾਹਿਰ ਡਾਕਟਰ ਕੋਲ ਪਹੁੰਚੋ, ਦੇਰੀ ਨਾ ਕਰੋ, ਕਿਉਂਕਿ ਦੇਰੀ ਕਰਾਂਗੇ ਤਾਂ ਸਮੱਸਿਆ ਹੋਰ ਜ਼ਿਆਦਾ ਵੱਧ ਜਾਏਗੀ। ਇਸ ਸਮੱਸਿਆ ਨੂੰ ਹੋਰ ਨਾ ਵਧਣ ਦਿਓ, ਟਾਈਮ ਰਹਿੰਦੇ ਇਸ ਸਮੱਸਿਆ ਨੂੰ ਖਤਮ ਕਰੋ ਤੇ ਆਪਣਾ ਘਰ ਖੁਸ਼ੀਆਂ ਦੇ ਨਾਲ ਭਰ ਦਿਓ। ਤੇ ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਲਾਈਕ ਤੁਸੀਂ ਬਾਚਪਨ ਦੀ ਸਮੱਸਿਆ ਦੇ ਮਾਹਿਰ ਹੋ, ਕਈ ਇਹੋ ਜਿਹੀਆਂ ਗੱਲਾਂ ਨੇ ਜੋ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ, ਤਾਂ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਉਹ ਛੋਟੀਆਂ-ਛੋਟੀਆਂ ਗੱਲਾਂ ਵੀ ਜ਼ਰੂਰ ਦੱਸੋ ਜਿਨ੍ਹਾਂ ਵੱਲ ਜੋ ਜੋੜੇ ਨੇ ਧਿਆਨ ਹੀ ਨਹੀਂ ਦੇ ਪਾਉਂਦੇ, ਪਰ ਬਾਅਦ ਵਿੱਚ ਇਹੀ ਜੋ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਉਹ ਬਾਅਦ ਵਿੱਚ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀਆਂ ਨੇ। ਹਾਂਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਹੈ। ਸਭ ਤੋਂ ਪਹਿਲਾਂ ਕਿ ਇੱਕ ਪੇਸ਼ੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਪ੍ਰੋਬਲਮ ਜਿੰਨੀ ਮਰਜ਼ੀ ਸਮੱਸਿਆ ਹੋਏ, ਠੀਕ ਹੈ ਨਾ, ਬੱਚਾ ਉਹਦੇ ਹੋ ਸਕਦਾ ਹੈ। ਜਿਵੇਂ ਕਿ ਇੱਕ ਆਦਮੀ ਹੈ, ਉਹਦੇ ਸ਼ੁਕਰਾਣੂ ਹੀ ਨਹੀਂ ਹੈ ਤੇ ਉਹਨੂੰ ਹਤਾਸ਼ ਨਹੀਂ ਹੋਣਾ ਚਾਹੀਦਾ। ਇਕਸੀ ਵਿਧੀ ਆ ਗਈ ਹੈ, ਐਮਸੀ ਵਿਧੀ ਆ ਗਈ ਹੈ, ਜਿਹਦੇ ਨਾਲ ਆਪਾਂ ਅੰਡਕੋਸ਼ ਤੋਂ ਇੱਕ ਵੀ ਸ਼ੁਕਰਾਣੂ ਕਰਕੇ, ਮਤਲਬ ਕਿ ਜੇ ਆਦਮੀ ਸੋਚੇ ਕਿ ਮੇਰੇ ਨਹੀਂ ਹੈ ਬੱਚਾ, ਹੋ ਹੀ ਨਹੀਂ ਸਕਦਾ, ਇਹੋ ਜੀ ਗੱਲ ਨਹੀਂ ਹੈ, ਉਹ ਹੋ ਸਕਦਾ ਹੈ। ਤੇ ਦੂਜੀ ਗੱਲ ਜਿਹੜੇ ਕਿ ਮਤਲਬ ਦੂਰ ਪੋਸਟਡ ਹੈ, ਜਿਵੇਂ ਕਿ ਆਰਮੀ ਵਿੱਚ ਹੈ, ਉਹਨਾਂ ਦੇ ਹਸਬੈਂਡ ਜਾਂ ਹਸਬੈਂਡ ਬਾਹਰ ਰਹਿੰਦੇ ਆ, ਆਊਟ ਆਫ ਇੰਡੀਆ ਰਹਿੰਦੇ ਆ, ਠੀਕ ਹੈ, ਇਹੋ ਜਿਹੇ ਪੇਸ਼ੈਂਟਸ ਨੂੰ ਵੀ ਆ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਹੁਣ ਹਸਬੈਂਡ ਇੰਨੀ ਦੂਰ ਰਹਿੰਦੇ ਆ ਤੇ ਮੈਂ ਬੱਚਾ ਨਹੀਂ ਕਰ ਸਕਦੀ। ਠੀਕ ਹੈ, ਉਹਨਾਂ ਦੇ ਹਸਬੈਂਡ ਨੂੰ ਸਿਰਫ ਇੱਕੋ ਵਾਰ ਹਸਪਤਾਲ ਆਣਾ ਪੈਂਦਾ। ਕੋਈ ਵੀ ਜਿਹੜਾ ਚੰਗਾ ਹਸਪਤਾਲ ਹੋਏਗਾ, ਉਹਨਾਂ ਦੇ ਕੋਲ ਸੀਮਨ ਬੈਂਕ ਹੋਏਗਾ, ਜਿਹਦੇ ਵਿੱਚ ਉਹ ਆਪਣੇ ਹਸਬੈਂਡ ਦਾ ਵੀਰਜ ਸਟੋਰ ਕਰਾ ਸਕਦੇ ਆ ਕਿ ਮਤਲਬ ਹਸਬੈਂਡ ਸਿਰਫ ਇੱਕੋ ਵਾਰ ਆਏ, ਉਹਦੇ ਹਸਬੈਂਡ ਦੇ ਜਿਹੜੇ ਸ਼ੁਕਰਾਣੂ ਹੈ ਉਹ ਫ੍ਰੀਜ਼ ਹੋ ਜਾਣਗੇ ਤੇ ਹਸਬੈਂਡ ਨੂੰ ਵਾਰ-ਵਾਰ ਆਉਣ ਦੀ ਵੀ ਲੋੜ ਨਹੀਂ ਹੈ। ਟ੍ਰੀਟਮੈਂਟ ਚੱਲਦਾ ਰਹਿੰਦਾ ਹੈ। ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ, ਜਿਵੇਂ ਸ਼ਹਿਰੀ ਲੋਕ ਹੈ, ਉਹ ਆਪਣੇ ਪਹਿਲੇ ਕੈਰੀਅਰ ਨੂੰ ਸੋਚਦੇ ਰਹਿੰਦੇ ਆ, ਠੀਕ ਹੈ ਜੀ, ਹਸਬੈਂਡ ਆ ਨਹੀਂ ਸਕਦਾ, ਉਹ ਬਿਜ਼ੀ ਹੈ, ਕੰਮ ਕਰ ਰਿਹਾ ਹੈ, ਜਾਂ ਹਸਬੈਂਡ ਬਾਹਰ ਹੈ ਜਾਂ ਆਰਮੀ ਚ ਪੋਸਟਡ ਹੈ। ਇਹੋ ਜਿਹੇ ਕੇਸਿਸ ਵਿੱਚ ਵੀ ਪ੍ਰੈਗਨੈਂਸੀ ਹੋ ਸਕਦੀ ਹੈ। ਜੇ ਲੇਡੀ ਹੈ, ਜੇ ਉਹਨੂੰ ਲੱਗਦਾ ਹੈ ਕਿ ਉਹ ਹਸਬੈਂਡ ਨਹੀਂ ਆ ਸਕਦੇ, ਤਾਂ ਉਹ ਆਪਣੇ ਕਿਸੇ ਰਿਲੇਟਿਵ ਦੇ ਨਾਲ ਆ ਕੇ ਇਲਾਜ ਕਰਾ ਸਕਦੀ ਹੈ, ਹਸਬੈਂਡ ਦਾ ਸੀਮਨ ਫ੍ਰੀਜ਼ ਕਰਾ ਸਕਦੀ ਹੈ। ਸੋ ਆ ਨਿਊ ਟੈਕਨੀਕਸ ਆ ਗਈਆਂ ਜਿਹਦੇ ਨਾਲ ਕਿ ਕੋਈ ਵੀ ਕਪਲ ਹੈ ਜਿਹੜਾ ਉਹ ਹਤਾਸ਼ ਨਹੀਂ ਰਹਿ ਸਕਦਾ। ਤੇ ਦੂਜੀ ਜਿਹੜੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਤਣਾਅ ਹੈ ਉਹ ਦੂਰ ਕਰਨਾ ਬਹੁਤ ਜ਼ਰੂਰੀ ਹੈ ਲਾਈਫ ਵਿੱਚ। ਜਦ ਵੀ ਸਟ੍ਰੈਸ ਆਏਗਾ, ਉਹਦੇ ਨਾਲ ਪ੍ਰੈਗਨੈਂਸੀ ਹੋਣ ਦੇ ਚਾਂਸਸ ਜਿਹੜੇ ਆ ਬਹੁਤ ਘਟ ਜਾਂਦੇ ਆ, ਕੋਈ ਵੀ ਤਰ੍ਹਾਂ ਦਾ, ਆਦਮੀ ਵਿੱਚ ਵੀ ਹੋਏ, ਔਰਤ ਵਿੱਚ ਵੀ ਹੋਏ। ਤੇ ਲੇਡੀਜ਼ ਨੂੰ ਅੱਜ ਕੱਲ ਜਿਹੜਾ ਹੈ ਕਿ ਐਕਸਰਸਾਈਜ਼ ਕਰਨੀ, ਕਿਸੇ ਵੀ ਤਰ੍ਹਾਂ ਦੀ ਮਤਲਬ ਕਿ weight gain ਨਹੀਂ ਹੋਣਾ ਚਾਹੀਦਾ। ਜਦ ਜਿਵੇਂ ਮੋਟਾਪਾ ਆਏਗਾ, ਉਹਦੇ ਨਾਲ ਪ੍ਰੈਗਨੈਂਸੀ ਹੋਣ ਦੇ ਚਾਂਸਸ ਵੀ ਘਟਦੇ ਆ, ਕਿਉਂਕਿ ਜਿਹੜੀ ਅੰਡਾ ਬਣਨ ਦੀ ਕੈਪੈਸਿਟੀ ਹੈ ਉਹ ਵੀ ਘਟ ਜਾਏਗੀ। ਸਿਮਿਲਰਲੀ ਇੱਕ ਹੈਲਦੀ ਲਾਈਫ ਸਟਾਈਲ ਰੱਖਣਾ ਚਾਹੀਦਾ ਹੈ, ਚੰਗਾ ਖਾਣਾ ਚਾਹੀਦਾ ਹੈ, ਮਤਲਬ ਕਿ ਇੱਕ ਹੈਲਦੀ ਫੂਡ ਖਾਣਾ ਚਾਹੀਦਾ ਹੈ। ਆਦਮੀਆਂ ਨੂੰ ਸ਼ਰਾਬ, ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ, ਜਿਹਦੇ ਨਾਲ ਸਮੋਕਿੰਗ ਦੇ ਨਾਲ ਜਿਹੜਾ ਕੀ ਹੈ ਸਪਰਮ ਕਾਊਂਟ ਹੈ ਉਹ ਘਟ ਜਾਂਦਾ ਹੈ। ਠੀਕ ਹੈ, ਜਿਵੇਂ ਜਿਹੜੀ ਪੋਲਿਊਸ਼ਨ ਵੱਧ ਗਈ ਹੈ, ਮਤਲਬ ਕਿਸੇ ਇੱਕ ਹੈਲਦੀ ਲਾਈਫ ਸਟਾਈਲ, ਤਣਾਅ ਰਹਿਤ ਲਾਈਫ ਸਟਾਈਲ ਤੇ ਜਿਹੜੀ ਫੈਮਿਲੀ ਸਪੋਰਟ ਹੈ ਉਹ ਬਹੁਤ ਜ਼ਰੂਰੀ ਹੈ। ਮਤਲਬ ਕਿ ਜਿਹੜੇ ਰਿਲੇਟਿਵਸ ਹੈ ਉਹਨਾਂ ਨੂੰ ਤਾਨੇ ਨਹੀਂ ਦੇਣੇ ਚਾਹੀਦੇ, ਬਲਕਿ ਸਪੋਰਟ ਕਰਨਾ ਚਾਹੀਦਾ ਇੱਕ ਬੇਔਲਾਦ ਜੋੜੇ ਨੂੰ ਕਿ ਉਹਨਾਂ ਦੇ ਨਹੀਂ ਹੋ ਰਿਹਾ ਤੇ ਉਹ ਚੰਗੀ ਡਾਕਟਰੀ ਸਲਾਹ ਲੈਣ ਤਾਂ ਕਿ ਬੱਚਾ ਹੋਏ। ਜੀ, ਤੇ ਸਾਡੇ ਇੱਕ ਹੋਰ ਕਾਲਰ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ हाँ जी ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਮੱਸਿਆ ਜੀ ਤੁਹਾਡੀ? नमस्ते मैम, मैं चंडीगढ़ तो बोल रही हूँ जी। मैम मेरे को ये पूछना है कि मेरे जो एग है, मेरे HSG का भी टेस्ट हुआ, IUI भी हुआ है,
जो मेरे एग हैं वो ग्रो नहीं करते अंदर। जैसे मेरे को इंजेक्शन भी लगे हैं, दवाइयां भी दी हैं। तो पहले आपने मेरे को- जब आईयूआई कराया तब तो आपका एग बना होगा ना, तभी डॉक्टर ने हाँ, आईयूआई किया है। वो जो एग बने थे मेरे, वो इंजेक्शन के थ्रू बने थे। अच्छा, इंजेक्शन। इंजेक्शन के मेरे को 150 mg 75 mg देते थे, हाँ, हाँ, तब हाँ। जाके बने थे। अब मैंने 3 टाइम मेरे तो वैसे एग बने। एक बार उन्होंने आईयूआई करा, लेकिन उससे मेरे को कोई फर्क नहीं पड़ा। उसके बाद मैंने एक प्राइवेट डॉक्टर से ट्रीटमेंट करवा रही हूँ वहां से। तो उन्होंने भी इस बार मेरा मतलब इंजेक्शन दिए, मुझे इंजेक्शन लगे हैं, लेकिन मेरे जो एग के अंदर वो ही नहीं ग्रो कर रहे हैं। मतलब 9-10 mm तक ही रह रहे हैं, उससे ज्यादा बढ़ नहीं रहे हैं वो। तो आपने उसके लिए अपने हार्मोन्स की जांच कराई कि एग क्यों नहीं आपका बढ़ रहा? हार्मोन्स की जांच भी करवाई थी, कह रहे हार्मोन्स भी ठीक है डॉक्टर। तो पर डॉक्टर हार्मोन्स ने में मुझे- आपको देखो, इनको कहीं ना कहीं तो Problem कोई है। ना कोई हार्मोन्स की प्रॉब्लम है। और अगर आप 3 बार आईयूआई करा चुके हो और आपके प्रेगनेंसी नहीं हो रही और अंडे भी छोटे बन रहे हैं, तो आपको आगे जाके बढ़िया इलाज कराना चाहिए। टेस्ट ट्यूब बेबी है, उससे ऊपर का इलाज कराना चाहिए। ठीक जी, है, अब जी। आपको वेट नहीं करनी चाहिए। हो सकता है अभी अंडे छोटे बन रहे हो सकता है उसके बाद बने ही ना। हाँ। तो आपको वेट नहीं करनी चाहिए, अच्छा इलाज करा लेना चाहिए। ਜੀ 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 ਤੇ ਇੱਥੇ ਮੈਂ ਇੱਕ ਹੋਰ ਕੁਐਸਚਨ ਇਹ ਪੁੱਛਣਾ ਚਾਹੂੰਗੀ ਫਟਾਫਟ, ਕਿਉਂਕਿ ਟਾਈਮ ਵੀ ਘੱਟ ਰਹਿ ਗਿਆ, ਕਿ ਜਿਨ੍ਹਾਂ ਔਰਤਾਂ ਦੀ ਬੱਚੇਦਾਨੀ ਦਾ ਸਾਈਜ਼ ਛੋਟਾ ਹੁੰਦਾ ਹੈ, ਉਹ ਕੀ ਨੁਕਸ ਹੈ, ਉਹਦਾ ਕੀ ਇਲਾਜ ਹੋ ਸਕਦਾ ਹੈ? ਦੇਖੋ, ਜਿਨ੍ਹਾਂ ਔਰਤਾਂ ਦਾ ਕਈ ਵਾਰ ਜਨਮਾਂਤਰੀ ਬੱਚੇਦਾਨੀ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਛੋਟਾ ਹੁੰਦਾ ਹੈ, ਉਹ ਗਰੋ ਹੀ ਨਹੀਂ ਕਰਦਾ, ਜਿਹਨੂੰ ਹਾਂਜੀ। ਆਪਾਂ ਇਨਫੈਂਟਾਈਲ ਯੂਟਰਸ ਕਹਿੰਦੇ ਆ। ਪਰ ਜੇ ਬੱਚੇਦਾਨੀ ਦਾ ਰਸਤਾ ਮੂੰਹ ਹੈ ਤਾਂ ਉਹ ਵੀ ਲੇਡੀਜ਼ ਪ੍ਰੈਗਨੈਂਟ ਹੋ ਸਕਦੀ ਹੈ। ਠੀਕ ਹੈ, ਬਿਲਕੁਲ ਮਤਲਬ ਉਹਨਾਂ ਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਮਾਹਵਾਰੀ ਨਹੀਂ ਆ ਰਹੀ। ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਮਾਹਵਾਰੀ ਦੇ ਨਾ ਆਉਣ ਨਾਲ ਇਹ ਮਤਲਬ ਨਹੀਂ ਹੈ ਕਿ ਉਹ ਲੇਡੀ ਮਾਂ ਨਹੀਂ ਬਣ ਸਕਦੀ, ਉਹ ਮਾਂ ਬਿਲकुल बन सकती है, अपना बच्चा पैदा कर सकती है। जी, जी, ठीक है, या जे अंडा नहीं बनेगा तो अंडा बैंक तो भी लेता जा सकता है, पर प्रेगनेंसी हो सकती है। सो ਜਿਵੇਂ ਕਿ ਤੁਸੀਂ ਦੇਖਿਆ ਕਈ ਵਾਰ ਇੱਕ ਲੇਡੀ ਨੂੰ ਮੈਂਸਿਸ ਹੀ ਬੰਦ ਹੋ ਜਾਂਦੇ ਆ 30 ਸਾਲ 32 ਸਾਲ 35 ਸਾਲ ਬਾਅਦ, ਜਿਹਨੂੰ ਆਪਾਂ ਪ੍ਰੀਮੈਚੁਰ ਮੈਨੋਪੌਜ਼ ਕਹਿੰਦੇ ਆ। ਨਾਰਮਲੀ ਜੇ 45 ਸਾਲ ਵਿੱਚ ਬੰਦ ਹੁੰਦਾ ਉਹਦਾ ਪਹਿਲਾਂ ਬੰਦ ਹੋ ਜਾਂਦਾ ਹੈ, ਤੇ ਉਹ ਵੀ ਲੇਡੀਜ਼ ਪ੍ਰੈਗਨੈਂਟ ਹੋ ਸਕਦੀਆਂ।